ਸਰਬਜੀਤ ਧਾਲੀਵਾਲ ਜੀ, ਸਵਾਗਤ ਹੈ ਆਪ ਜੀ ਦਾ। ਮਿਹਰਬਾਨੀ ਜੀ, ਸਭ ਨੂੰ ਸਤਿ ਸ੍ਰੀ ਅਕਾਲ ਜੀ। ਇੱਕ ਵਾਰੀ ਫੇਰ ਆਪ ਜੀ ਦਾ ਵੈਲਕਮ। ਸਰਬਜੀਤ ਧਾਲੀਵਾਲ ਜੀ, ਧੜਾ ਧੜ ਉਮੀਦਵਾਰ ਖੜੇ ਕੀਤੇ ਜਾ ਰਹੇ ਨੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ, ਪਰ ਹੈਰਾਨੀ ਦੀ ਗੱਲ ਇਹ ਹੈ ਕਾਂਗਰਸ ਨੂੰ ਅਜੇ ਕੈਪਟਨ ਅਮਰਿੰਦਰ ਦੇ ਖਿਲਾਫ, ਉਧਰ ਸੁਖਬੀਰ ਬਾਦਲ ਦੇ ਖਿਲਾਫ ਕੋਈ ਮਜ਼ਬੂਤ ਜਾਂ ਕੋਈ ਦਾਅਵੇਦਾਰ ਅਜਿਹਾ ਵਿਅਕਤੀ ਅਜੇ ਲੱਭਿਆ ਹੀ ਨਹੀਂ ਹੈ ਜੋ ਖੜਾ ਨਹੀਂ ਕੀਤਾ ਇਹਨਾਂ ਨੇ। ਬਿਲਕੁਲ ਜੀ, ਬਿਲਕੁਲ ਅਜੇ ਤੱਕ ਨਹੀਂ ਲੱਭਿਆ। ਕਾਫੀ ਦਿਨਾਂ ਤੋਂ ਮਤਲਬ ਮੱਥਾ ਪਾਚੀ ਹੋ ਰਹੀ ਹੈ, ਜਿਹਨੂੰ ਕਹਿ ਸਕਦੇ ਹਾਂ ਕਿ ਕਾਫੀ ਦਿਨਾਂ ਤੋਂ ਐਕਸਰਸਾਈਜ਼ ਚੱਲ ਰਹੀ ਹੈ, ਪਰ ਅਜੇ ਤੱਕ ਜਿਹੜਾ ਅਮਰਿੰਦਰ ਦਾ ਮਤਲਬ ਰੁਤਬਾ ਹੈਗਾ, ਮੇਰਾ ਖਿਆਲ ਹੈ ਉਹਨੂੰ ਦੇਖਦੇ ਹੋਏ ਉਸ ਲੈਵਲ ਦਾ, ਉਸ ਪੱਧਰ ਦਾ ਉਮੀਦਵਾਰ ਇਹਨਾਂ ਨੂੰ ਅਜੇ ਨਹੀਂ ਲੱਭਿਆ। ਲਾਲ ਸਿੰਘ ਕਹਿ ਰਹੇ ਨੇ ਕਿ ਮੈਂ ਲੜਨਾ ਚਾਹੁੰਦਾ, ਤੇ ਉਸ ਤੋਂ ਇਲਾਵਾ ਮੇਰਾ ਖਿਆਲ ਹੈ ਇਹਨਾਂ ਨੇ ਟਰਾਈ ਕੀਤਾ ਸੀਗਾ ਬਰਮਿੰਦਰਾ ਜੀ ਨੇ ਤਾਂ ਆਪਣੇ ਬੇਟੇ ਨੂੰ ਟਿਕਟ ਦਵਾ ਲਈ। ਮੇਰਾ ਖਿਆਲ ਹੈ ਕਿ ਹੁਣ ਉਹ ਲੜਨ ਦੇ ਇੱਛੁਕ ਨਹੀਂ ਹੈਗੇ। ਤੇ ਇੱਕ ਵਿਸ਼ਨੂੰ ਸ਼ਰਮਾ ਜੀ ਨੂੰ ਪਾਰਟੀ 'ਚ ਲਿਆਂਦਾ ਸੀ ਨਵਜੋਤ ਸਿੰਘ ਸਿੱਧੂ ਨੇ। ਵਿਸ਼ਨੂੰ ਸ਼ਰਮਾ ਪਹਿਲਾਂ ਮੇਅਰ ਵੀ ਰਹੇ ਨੇ ਕਹਿੰਦਾ ਪਟਿਆਲਾ ਦੇ, ਤੇ 3-4 ਬੰਦੇ ਟਰਾਈ ਕਰ ਰਹੇ ਨੇ, ਪਰ ਹਜੇ ਤੱਕ ਮੇਰਾ ਖਿਆਲ ਹੈ ਕਾਂਗਰਸ ਦਾ ਹੀਆ ਨਹੀਂ ਪਿਆ ਕਿ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਉਮੀਦਵਾਰ ਖੜਾ ਕਰ ਸਕਣ। ਕਾਫੀ ਦਿਨਾਂ ਤੋਂ ਜੱਗੋ ਤੱਕੀ ਚੱਲ ਰਹੀ ਹੈ ਪਾਰਟੀ ਵਿੱਚ, ਬੜੀ ਐਕਸਰਸਾਈਜ਼ ਚੱਲ ਰਹੀ ਹੈ ਕਿਹਨੂੰ ਖੜਾ ਕੀਤਾ ਜਾਵੇ, ਕਿਉਂਕਿ ਅਮਰਿੰਦਰ ਸਿੰਘ ਦਾ ਜਿਹੜਾ ਚੈਲੰਜ ਹੈ ਮੇਰਾ ਖਿਆਲ ਹੈ ਕਿ ਕਾਂਗਰਸ ਵਾਸਤੇ ਇਸ ਵੇਲੇ ਸਭ ਤੋਂ ਵੱਡਾ ਚੈਲੰਜ ਅਮਰਿੰਦਰ ਸਿੰਘ ਦਾ ਹੀ ਹੈਗਾ। ਅਮਰਿੰਦਰ ਸਿੰਘ ਚਾਹੁੰਦਾ ਹੈ ਕਿ ਮੈਂ ਇਹਨਾਂ ਨੂੰ ਪਟਿਆਲੇ ਵਿੱਚ ਸਬਕ ਸਿਖਾਵਾਂ, ਤੇ ਪਰ ਦੂਸਰੇ ਪਾਸੇ ਕਾਂਗਰਸ ਚਾਹੁੰਦੀ ਹੈ ਕਿ ਜੇ ਪਟਿਆਲੇ ਵਿੱਚ ਅਸੀਂ ਅਮਰਿੰਦਰ ਸਿੰਘ ਨੂੰ ਹਰਾ ਸਕੀਏ ਤਾਂ ਫਿਰ ਸਾਡਾ ਜਿਹੜਾ ਇੱਕ ਪੁਆਇੰਟ ਸੀਗਾ ਕਿ ਅਸੀਂ ਇਹਨੂੰ ਜਦੋਂ ਚੀਫ ਮਿਨਿਸਟਰ ਤੋਂ ਹਟਾਇਆ, ਚੀਫ ਮਿਨਿਸਟਰੀ ਤੋਂ ਲਾਹਿਆ, ਉਹ ਸਾਡਾ ਜਿਹੜਾ ਪੁਆਇੰਟ ਆ ਉਹ ਪ੍ਰੂਵ ਹੋ ਜਾਏਗਾ, ਮਤਲਬ ਉਹ ਸਹੀ ਸਿੱਧ ਹੋ ਜਾਏਗਾ। ਸੋ ਇਸ ਤਰ੍ਹਾਂ ਦੀ ਕਾਰਵਾਈ ਕਾਫੀ ਦਿਨਾਂ ਤੋਂ ਕਾਂਗਰਸ ਪਾਰਟੀ ਮਤਲਬ ਕਰ ਰਹੀ ਹੈ, ਪਰ ਅਜੇ ਕਿਸੇ ਨਤੀਜੇ ਤੇ ਨਹੀਂ ਪਹੁੰਚੀ। ਪਰ ਇਹਦੇ ਨਾਲ ਜਲਾਲਾਬਾਦ ਦੀ ਜੇ ਆਪਾਂ ਗੱਲ ਕਰੀਏ, ਜਲਾਲਾਬਾਦ ਤੋਂ ਸੁਖਬੀਰ ਬਾਦਲ ਨੇ ਲੜਨਾ ਹੈਗਾ, ਤੇ ਉੱਥੇ ਵੀ ਕੋਈ ਹਜੇ ਤੱਕ ਇਹ ਆਪਣਾ ਵਧੀਆ ਚਿਹਰਾ ਲੱਭ ਨਹੀਂ ਸਕੀ ਜਿਹੜਾ ਕਿ ਸੁਖਬੀਰ ਬਾਦਲ ਨੂੰ ਚੈਲੰਜ ਕਰ ਸਕੇ। ਸੁਖਬੀਰ ਬਾਦਲ ਉੱਥੋਂ ਇੱਕ ਵਾਰੀ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਸੀਗੇ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਡਰ ਹੈਗਾ ਕਿ ਸੁਖਬੀਰ ਬਾਦਲ, ਹਾਲਾਂਕਿ ਉਹਨਾਂ ਦਾ ਜੱਦੀ ਹਲਕਾ ਨਹੀਂ ਸੁਖਬੀਰ ਬਾਦਲ ਦਾ, ਉਹ ਜਲਾਲਾਬਾਦ ਤੋਂ ਜਾ ਕੇ ਉਹ ਵੈਸੇ ਹੀ ਲੜੇ ਸੀਗੇ, ਮਤਲਬ ਜੱਦੀ ਹਲਕਾ ਤਾਂ ਉਹਨਾਂ ਦਾ ਦੇਖੋ ਇਹ ਪਟਿਆਲੇ ਆਪਣਾ ਬਠਿੰਡਾ ਲੋਕ ਸਭਾ ਹਲਕੇ 'ਚ ਹੀ ਪੈਂਦਾ, ਲੰਬੀ ਹੈਗਾ, ਲੰਬੀ ਤੋਂ ਹੁਣ ਵੱਡੇ ਬਾਲ ਸਾਹਿਬ ਲੜ ਰਹੇ ਨੇ, ਤੇ ਨਾਲ ਜੇ ਗਿੱਦੜਬਾਹੇ ਤੋਂ ਕਹਿ ਸਕੀਏ ਆਪਾਂ ਤਾਂ ਗਿੱਦੜਬਾਹੇ ਤੋਂ ਪਾਰਟੀ ਦੇ ਹੋਰ ਇੱਕ ਇਹਨਾਂ ਦੇ ਆਪਣੇ ਘਰ ਦੇ ਬੰਦੇ ਨੇ ਤਕਰੀਬਨ ਟਰਾਂਸਪੋਰਟ ਨੇ ਉਹਨਾਂ ਨੂੰ ਟਿਕਟ ਦਿੱਤੀ ਹੋਈ ਹੈ। ਸੋ ਜਲਾਲਾਬਾਦ ਤੋਂ ਵੀ ਅਜੇ ਕਾਂਗਰਸ ਨੇ ਕੋਈ ਉਮੀਦਵਾਰ ਚੁਣਿਆ ਨਹੀਂ। ਜਿਹੜੇ ਉੱਥੇ ਆਮਲਾ ਹੈਗੇ ਨੇ, ਰਵਿੰਦਰ ਆਮਲਾ, ਉਹ ਮੇਰਾ ਖਿਆਲ ਉੱਥੋਂ ਲੜਨਾ ਨਹੀਂ ਚਾਹੁੰਦੇ, ਉਹ ਉੱਥੋਂ ਭੱਜਣਾ ਚਾਹੁੰਦੇ ਨੇ, ਪਰ ਹੁਣ ਦੇਖੋ ਕੀ ਬਣਦਾ ਹੈ। ਇੱਕ ਹੋਰ ਬੜਾ ਦਿਲਚਸਪ ਜਿਹੜਾ ਕਿ ਆਪਾਂ ਪਹਿਲਾਂ ਵੀ ਸਰੋਤਿਆਂ ਨੂੰ ਦੱਸ ਚੁੱਕੇ ਹਾਂ, ਉੱਥੋਂ ਵੀ ਇਹਨਾਂ ਨੇ ਫੈਸਲਾ ਨਹੀਂ ਕੀਤਾ, ਉਹ ਹੈਗਾ ਨਵਾਂ ਸ਼ਹਿਰ। ਜਿਹੜੇ ਅੰਗਦ ਸੈਣੀ ਹੈਗੇ ਨੇ, ਉਹਨਾਂ ਦੀ ਵਾਈਫ ਨੇ ਗਾਹਾਂ ਰਾਏ ਬਰੇਲੀ ਤੋਂ ਜਾ ਕੇ ਭਾਜਪਾ ਦੀ ਟਿਕਟ ਤੇ ਚੁਣੌਤੀ ਦਿੱਤੀ ਹੋਈ ਹੈ ਪ੍ਰਿੰਕਾ ਗਾਂਧੀ ਨੂੰ ਕਿਹਾ ਕਿ ਮੇਰੇ ਖਿਲਾਫ ਤੋਂ ਆ ਕੇ ਲੜ। ਉਹ ਦਿੱਤੀ ਸਿੰਘ ਜਿਹੜੀ ਹੈਗੀ ਅੰਗਦ ਸਿੰਘ ਸੈਣੀ ਦੀ ਵਾਈਫ, ਉਹ ਭਾਜਪਾ 'ਚ ਹੈ, ਅੰਗਦ ਸੈਣੀ ਸ਼ੁਰੂ ਕਾਂਗਰਸ 'ਚ ਨੇ। ਮੇਰਾ ਖਿਆਲ ਹੈ ਇਸ ਜੱਗੋ ਤੱਕੀ ਵਿੱਚ ਜਾਂ ਕਹਿ ਲਈਏ ਕਿ ਇਸ ਦੁਬਿਧਾ 'ਚ ਫਸੇ ਹੋਏ ਨੇ ਕਿ ਕੀ ਅੰਗਦ ਸੈਣੀ ਨੂੰ ਖੜਾ ਕੀਤਾ ਜਾਵੇ ਜਾਂ ਨਾ ਖੜਾ ਕੀਤਾ ਜਾਵੇ। ਇਹ ਵੀ ਪਾਰਟੀ ਵਾਸਤੇ ਦੁਬਿਧਾ ਬਣੀ ਹੈ। ਇਸ ਤਰ੍ਹਾਂ 4-5 ਸੀਟਾਂ ਹੋਰ ਇੰਪੋਰਟੈਂਟ ਹੈਗੇ ਜਿਨ੍ਹਾਂ ਵਾਸਤੇ ਅਜੇ ਕਾਂਗਰਸ ਪਾਰਟੀ ਫੈਸਲਾ ਨਹੀਂ ਲੈ ਸਕੀ। ਉਹ 'ਚ ਬਰਨਾਲਾ ਦੀ ਸੀਟ ਹੈਗੀ ਹੈ, ਭਦੌੜ ਦੀ ਸੀਟ ਹੈਗੀ ਹੈ, ਲੁਧਿਆਣਾ 100 ਦੀ ਸੀਟ ਹੈਗੀ, ਅਟਾਰੀ ਦੀ ਸੀਟ ਹੈਗੀ, ਖੇਮਕਰਨ ਦੀ ਸੀਟ ਹੈਗੀ। ਸੋ ਇਹਨਾਂ ਸੀਟਾਂ ਤੇ ਵੀ ਅਜੇ ਕੋਈ ਮਤਲਬ ਪਾਰਟੀ ਨੇ ਫੈਸਲਾ ਨਹੀਂ ਕੀਤਾ। ਉਹ 'ਚ ਅਟਾਰੀ ਮੇਰਾ ਖਿਆਲ ਹੈ ਕਿ ਪਾਰਟੀ ਉਮੀਦਵਾਰ ਨੂੰ ਬਦਲਣਾ ਚਾਹੁੰਦੀ ਹੈ, ਤੇ ਉੱਥੇ ਨਵਾਂ ਉਮੀਦਵਾਰ ਨੂੰ ਕੋਈ ਲੱਭ ਨਹੀਂ ਰਿਹਾ। ਭਦੌੜ ਵਿੱਚ ਮੇਰਾ ਖਿਆਲ ਹੈ ਕਿ ਅਜੇ ਤੱਕ ਵੀ ਭਦੌੜ ਦਾ ਵੀ ਕਾਫੀ ਚਰਚਾ ਚੱਲ ਰਹੀ ਹੈ, ਕਿਉਂਕਿ ਸੁਖਪਾਲ ਖਹਿਰਾ ਚਾਹੁੰਦੇ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹਨਾਂ ਨਾਲ ਆਏ ਸੀ ਪਾਰਟੀ ਛੱਡ ਕੇ, ਉਹਨਾਂ ਨੂੰ ਟਿਕਟ ਦਿੱਤੀ ਜਾਵੇ। ਉੱਥੇ ਵੀ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਕਾਂਗਰਸ। ਸੋ ਇਸ ਤਰ੍ਹਾਂ ਕਾਂਗਰਸ ਵਿੱਚ ਦੇਖੋ ਐਡੀ ਵੱਡੀ ਪੁਰਾਣੀ ਪਾਰਟੀ ਹੋਣ ਦੇ ਬਾਵਜੂਦ ਵੀ ਮਤਲਬ ਵੀ ਇਹਦੇ ਵਿੱਚ ਵੀ ਇਹ ਵੀ ਦੁਬਿਧਾ ਦਾ ਸ਼ਿਕਾਰ ਆ। ਬਾਕੀ ਜਿਹੜੀਆਂ ਦੂਸਰੀਆਂ ਪਾਰਟੀਆਂ ਦਾ ਕੀ ਬਣੇਗਾ ਜਦੋਂ ਐਡੀ ਵੱਡੀ ਪਾਰਟੀ ਦਾ ਇਹ ਹਾਲ ਹੈ ਜੀ। ਹੁਣ ਆਪਾਂ ਸੁਖਪਾਲ ਖਹਿਰਾ ਦੀ ਗੱਲ ਕਰ ਲਈਏ। ਸੁਖਪਾਲ ਖਹਿਰਾ ਜੇਲ੍ਹ ਤੋਂ ਬਾਹਰ ਆ ਗਿਆ ਹੈ, ਤੇ ਹੁਣ ਉਹ ਤਾਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹੈਗੇ, ਕਿਉਂਕਿ ਸੁਖਪਾਲ ਖਹਿਰਾ ਤਾਂ ਬਹੁਤ ਤਕੜਾ ਬੁਲਾਰਾ ਹੈ, ਇਹਨਾਂ ਨੂੰ ਘੇਰਾ ਪਾਉਣਾ ਆਉਂਦਾ ਹੈ, ਤੇ ਮੈਨੂੰ ਲੱਗਦਾ ਹੈ ਇਹਨਾਂ ਨੇ ਪਹਿਲਾ ਅਟੈਕ ਕੇਜਰੀਵਾਲ ਤੇ ਕੀਤਾ ਹੋਣਾ। ਖੋਲਿਆ ਮੋਰਚਾ ਕੇਜਰੀਵਾਲ ਦੇ ਖਿਲਾਫ ਜਾਂ ਨਹੀਂ?
ਲੈ ਜੀ ਪੂਰੀ ਤਰ੍ਹਾਂ ਸਰਗਰਮ ਹੈ ਇਸ ਵੇਲੇ। ਜਿਹੜੇ ਖਹਿਰਾ ਸਾਹਿਬ ਦਾ ਜਿਹੜਾ ਮੁੱਖ ਨਿਸ਼ਾਨਾ ਹੈ ਉਹ ਕੇਜਰੀਵਾਲ ਹੈ। ਅਸਲ ਵਿੱਚ ਖਹਿਰਾ ਸਾਹਿਬ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਕੇਜਰੀਵਾਲ ਤੇ ਜਿਹੜੇ ਭਾਜਪਾ ਆਪਸ ਵਿੱਚ ਮਿਲੇ ਹੋਏ ਨੇ, ਮਤਲਬ ਉਹਨਾਂ ਦਾ ਸਾਰਾ ਜਿਹੜਾ ਫੋਕਸ ਸੀਗਾ, ਅਟੈਕ ਦਾ ਫੋਕਸ ਹੈ, ਉਹ ਇਹੀ ਹੈ ਕਿ ਕੇਜਰੀਵਾਲ ਤੇ ਦੋਨੇ ਭਾਜਪਾ ਨੇ ਮਿਲ ਕੇ ਮੈਨੂੰ ਫਸਾਇਆ ਕੇਸ ਵਿੱਚ। ਉਹਨਾਂ ਨੇ ਉਹ ਹਵਾਲੇ ਦਿੱਤੇ ਨੇ ਪੁਰਾਣੇ, ਜਦੋਂ ਖਹਿਰਾ ਸਾਹਿਬ ਆਮ ਆਦਮੀ ਪਾਰਟੀ ਵਿੱਚ ਸੀਗੇ ਤੇ ਲੀਡਰ ਆਫ ਅਪੋਜੀਸ਼ਨ ਵੀ ਰਹੇ ਨੇ ਇਸ ਪਾਰਟੀ ਦੇ। ਉਹ ਸਾਰੇ ਪੁਰਾਣੇ ਹਵਾਲੇ ਉਹਨੇ ਇਕੱਠੇ ਕਰਕੇ ਕੱਲ ਬਹੁਤ ਵੱਡਾ ਹਮਲਾ ਇੱਥੇ ਬੋਲਿਆ। ਮੈਂ ਤੁਹਾਨੂੰ ਥੋੜ੍ਹਾ ਜਿਹਾ ਸਰੋਤਿਆਂ ਨੂੰ ਦੱਸ ਦਿਆਂ ਕਿ ਜਿਹੜੇ ਖਹਿਰਾ ਸਾਹਿਬ ਸੀ ਉਹ ਬਾਹਰ ਵਿਦੇਸ਼ਾਂ ਵਿੱਚ ਗਏ ਸੀ ਫੰਡ ਇਕੱਠਾ ਕਰਨ ਵਾਸਤੇ, ਤੇ ਹੁਣ ਉਹਨਾਂ ਨੇ ਉਸ ਫੰਡਾਂ ਦਾ ਵੇਰਵਾ ਵੀ ਦਿੱਤਾ ਹੈ ਕਿ $1,10,000 ਦੇ ਕਰੀਬ ਇਕੱਠਾ ਹੋਇਆ ਸੀਗਾ, ਤੇ ਮੈਂ ਉਹ ਕੇਜਰੀਵਾਲ ਨੂੰ ਦੇਤਾ ਸੀਗਾ। ਸਾਰਾ ਦਾ ਸਾਰਾ ਪੈਸਾ ਕੇਜਰੀਵਾਲ ਨੂੰ ਸੰਭਾਲਤਾ ਸੀਗਾ ਕਿ ਆਹ ਪੈਸਾ ਉੱਥੋਂ ਇਕੱਠਾ ਹੋਇਆ। ਉਦੋਂ ਜਦੋਂ ਆਮ ਆਦਮੀ ਪਾਰਟੀ ਦੀ ਚੜ੍ਹ ਸੀ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀਆਂ ਦੇ ਸਿਰ ਤੇ ਪਾਰਟੀ ਬਣੀ। ਅਸਲ ਵਿੱਚ ਇਹ ਪਾਰਟੀ ਨੂੰ ਖੜਾ ਕਰਨ ਵਾਲੇ ਪੰਜਾਬੀਆਂ ਨੇ, ਭਾਵੇਂ ਉਹ ਕੈਨੇਡਾ ਦੇ ਹੋਣ, ਭਾਵੇਂ ਉਹ ਯੂਕੇ ਦੇ ਹੋਣ, ਭਾਵੇਂ ਅਮਰੀਕਾ ਦੇ ਹੋਣ, ਭਾਵੇਂ NRIs ਨੇ, ਉਹਨਾਂ ਨੇ ਵੱਡੀ ਗਿਣਤੀ ਵਿੱਚ ਫੰਡ ਇਕੱਠੇ ਕਰਕੇ ਦਿੱਤੇ ਸੀ। ਉਦੋਂ ਪਾਰਟੀ ਕੋਲੇ ਬਹੁਤੇ ਫੰਡ ਨਹੀਂ ਸੀਗੇ, ਤੇ ਉਸ ਕਰਕੇ ਮੇਰਾ ਖਿਆਲ ਕਿ ਬਹੁਤ ਵੱਡੀ ਜਿਹੜੀ ਵਿੱਤੀ ਸਹਾਇਤਾ ਸੀ, ਵਿੱਤੀ ਮਦਦ ਸੀਗੀ, ਉਹ ਆਰਥਿਕ ਮਦਦ ਸਾਰੀ ਵਿਦੇਸ਼ਾਂ ਵਿੱਚੋਂ ਪੰਜਾਬੀਆਂ ਵੱਲੋਂ ਆਈ ਸੀਗੀ। ਕਿਉਂਕਿ ਪੰਜਾਬੀਆਂ ਨੂੰ ਚਾਅ ਸੀਗਾ ਕਿ ਇੱਕ ਨਵੀਂ ਪਾਰਟੀ ਖੜੀ ਹੋ ਰਹੀ ਹੈ, ਸ਼ਾਇਦ ਇਹ ਮਤਲਬ ਵੀ ਪੰਜਾਬ ਵਰਗੇ ਸੂਬਿਆਂ ਵਿੱਚ ਕਹਿੰਦਾ ਜਿਹੜਾ ਰਾਜਨੀਤਿਕ ਦ੍ਰਿਸ਼ ਨੂੰ ਬਦਲ ਦੇਵੇ। ਤਾਂ ਉਹ ਸਾਰਾ ਹਵਾਲਾ ਖਹਿਰਾ ਸਾਹਿਬ ਨੇ ਦਿੱਤਾ ਕਿ ਬਾਹਰ ਜਿਹੜੇ ਗਏ ਸੀ, ਭਗਵੰਤ ਮਾਨ ਮੇਰਾ ਖਿਆਲ ਉਦੋਂ ਆਸਟ੍ਰੇਲੀਆ ਗਏ ਸੀਗੇ, ਹੋਰ ਵੀ ਲੀਡਰ ਗਏ ਸੀਗੇ। ਸੋ ਉਹ ਸਾਰੇ ਹਵਾਲੇ ਵਿੱਚ ਨਾਲ ਕਿਹਾ ਕਿ ਜਿਹੜੇ ਪੈਸਿਆਂ ਦੀ ਜਿਹੜੀ ਤਫਸੀਲ ਸੀ ਮੈਂ ਪੂਰੀ ਦੀ ਪੂਰੀ ਈਡੀ ਨੂੰ ਦਿੱਤੀ, ਤੇ ਜਿਹੜਾ ਐਨਫੋਰਸਮੈਂਟ ਡਿਪਾਰਟਮੈਂਟ ਹੈ ਉਹਨੂੰ ਮੈਂ ਸਾਰਾ ਕਿਹਾ ਕਿ ਮੈਂ ਇਹ ਸਾਰੇ ਪੈਸੇ ਇਹਨੂੰ ਦੇ ਦਿੱਤੇ ਨੇ ਕੇਜਰੀਵਾਲ ਨੂੰ। ਪਰ ਜਦੋਂ ਕੇਜਰੀਵਾਲ ਨੇ ਆਪਣਾ ਜਦੋਂ ਚਾਰਜ ਸ਼ੀਟ ਫਾਈਲ ਕੀਤੀ ਖਹਿਰਾ ਦੇ ਖਿਲਾਫ ਕਹਿੰਦਾ ਈਡੀ ਨੇ, ਉਸ ਵਿੱਚ ਇਹ ਗੱਲ ਦਾ ਜ਼ਿਕਰ ਨਹੀਂ ਕੀਤਾ। ਇਸ ਗੱਲ ਦਾ ਵੀ ਖਹਿਰਾ ਨੇ ਕਿਹਾ ਕਿ ਦੇਖੋ ਮੈਂ ਜਦੋਂ ਈਡੀ ਨੂੰ ਇਹ ਈਮੇਲ ਕਰ ਚੁੱਕਾ, ਈਡੀ ਨੂੰ ਸਾਰੀ ਜਾਣਕਾਰੀ ਦੇ ਚੁੱਕਾ ਕਿ ਆਪ ਇੰਨੇ ਪੈਸੇ ਇਕੱਠੇ ਹੋਏ ਸੀ ਤੇ ਇੰਨੇ ਪੈਸੇ ਮੈਂ ਕੇਜਰੀਵਾਲ ਨੂੰ ਦੇ ਦਿੱਤੇ ਨੇ, ਪਰ ਇਹਨੂੰ ਚਾਰਜ ਸ਼ੀਟ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ। ਇਸ ਗੱਲ ਤੇ ਵੀ ਉਹਨਾਂ ਨੇ ਸਵਾਲ ਉਠਾਏ ਨੇ। ਇਸੇ ਕਰਕੇ ਉਹਨੇ ਕਿਹਾ, ਸ਼ੱਕ ਕੀਤਾ ਹੈ ਕਿ ਜਿਹੜੇ ਭਾਜਪਾ ਹੈ ਤੇ ਕੇਜਰੀਵਾਲ ਦੋਨੇ ਮਿਲੇ ਹੋਏ ਨੇ, ਤੇ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਇਹਨਾਂ ਦੋਨਾਂ ਪਾਰਟੀਆਂ ਦਾ ਹੱਥ ਸੀ। ਇਸ ਤਰ੍ਹਾਂ ਦੇ ਦੋਸ਼ ਖਹਿਰਾ ਸਾਹਿਬ ਨੇ ਲਾਏ ਨੇ। ਤੇ ਨਾਲ ਦੀ ਨਾਲ ਜਿਹੜੇ ਰਾਣਾ ਗੁਰਜੀਤ ਨੇ, ਜਿਹੜੇ ਕਿ ਉਹਨਾਂ ਦੇ ਪੱਕੇ ਵਿਰੋਧੀ ਨੇ ਕਾਂਗਰਸ ਪਾਰਟੀ ਵਿੱਚ ਜਾਂ ਉਸ ਹਲਕੇ ਵਿੱਚ ਕਪੂਰਥਲਾ ਇਲਾਕੇ ਵਿੱਚ, ਉਹਨਾਂ ਤੇ ਵੀ ਹਮਲਾ ਕੀਤਾ ਉਹਨੇ ਬਹੁਤ ਵੱਡਾ, ਤੇ ਕਿਹਾ ਕਿ ਠੀਕ ਹੈ ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਮੇਰੇ ਖਿਲਾਫ ਰਾਣਾ ਗੁਰਜੀਤ ਬੋਲਦਾ ਰਿਹਾ, ਪਰ ਮੈਂ ਹੁਣ ਕਹਿੰਦਾ ਉਹਦੇ ਖਿਲਾਫ ਵੀ ਕਹਿੰਦਾ ਪੂਰਾ ਜਿੰਨਾ ਵੀ ਮੈਥੋਂ ਜ਼ੋਰ ਲੱਗਿਆ ਮੈਂ ਜ਼ੋਰ ਲਾਵਾਂਗਾ। ਨਾਲ ਉਹਨੇ ਵੀ ਕਿਹਾ ਕਿ ਜਿਹੜੀ ਇਹਨੇ ਆਪਣਾ ਰਾਣਾ ਗੁਰਜੀਤ ਨੇ ਐਡੀਆਂ ਫੈਕਟਰੀਆਂ ਲਾਈਆਂ ਹੋਈਆਂ ਨੇ, ਸ਼ਰਾਬ ਦੀਆਂ ਮਿੱਲ ਲਾਏ ਹੋਏ ਨੇ ਤੇ ਡਿਸਟਿਲਰੀਆਂ ਲਾਈਆਂ ਹੋਈਆਂ ਨੇ, ਉਹਨਾਂ ਦਾ ਵੀ ਉਹਨੇ ਹਵਾਲਾ ਦੇ ਕੇ ਕਿਹਾ ਕਿ ਇਹਨਾਂ ਨੂੰ ਇੱਕ ਲਾਇਸੈਂਸ ਤਾਂ ਅਕਾਲੀ ਸਰਕਾਰ ਵੇਲੇ ਮਿਲਿਆ, ਉਧਰ ਭਾਜਪਾ ਵੇਲੇ ਇਹਨਾਂ ਨੇ 4 ਮਿੱਲ ਉੱਥੇ ਲਾਏ ਨੇ, ਸ਼ੂਗਰ ਮਿੱਲ ਲਾਏ ਹੋਏ ਨੇ ਕਹਿੰਦਾ ਯੂਪੀ ਵਿੱਚ, ਤੇ ਭਾਜਪਾ ਦੇ ਖਿਲਾਫ ਨਹੀਂ ਬੋਲਦੇ ਇਹ ਕਦੇ ਵੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਬੋਲਦੇ, ਕਿਉਂਕਿ ਇਹਨਾਂ ਦਾ ਜਿਹੜਾ ਇੰਟਰਸਟ ਹਰਿਆਣੇ ਵਿੱਚ ਵੀ ਹੈਗਾ। ਇਸ ਕਰਕੇ ਭਾਜਪਾ ਦੇ ਖਿਲਾਫ ਤਾਂ ਉਹ ਕਹਿੰਦੇ ਵੀ ਖਹਿਰਾ ਸਾਹਿਬ ਕਹਿੰਦੇ ਇਹਦਾ ਬੋਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਖਹਿਰਾ ਸਾਹਿਬ ਨੇ ਕੱਲ ਜੇਲ੍ਹ ਤੋਂ ਬਾਹਰ ਆ ਕੇ ਤੁਰੰਤ ਬਾਹਰ ਆ ਕੇ ਕੀਤੀਆਂ ਨੇ। ਜੀ ਸਰਬਜੀਤ ਧਾਲੀਵਾਲ ਜੀ, ਇੱਕ ਹੋਰ ਬੜੀ ਚਰਚਾ ਛਿੜੀ ਹੋਈ ਹੈ, ਨਵਜੋਤ ਸਿੰਘ ਸਿੱਧੂ ਦੀ ਭੈਣ ਜਿਹੜੀ ਵਿਦੇਸ਼ ਵਿੱਚ ਰਹਿੰਦੀ ਹੈ, ਸੁਮਨ ਤੂਰ, ਉਸ ਨੇ ਕੱਲ ਪ੍ਰੈਸ ਕਾਨਫਰੰਸ ਦੌਰਾਨ ਬੜੇ ਗੰਭੀਰ ਦੋਸ਼ ਲਾਏ ਨੇ। ਮੈਨੂੰ ਯਾਦ ਹੈ ਇਹੀ ਭੈਣ ਸੀ ਜਦੋਂ ਨਵਜੋਤ ਸਿੱਧੂ ਨੀ ਪਾਕਿਸਤਾਨ ਗਏ ਸੀ, ਖਾਸ ਕਰਕੇ ਇਹਨਾਂ ਨੇ ਪਹਿਲ ਕਰਮੀ ਕੀਤੀ ਸੀ ਕਰਤਾਰਪੁਰ ਬਾਰਡਰ ਖੁਲਾਉਣ ਦੇ ਲਈ, ਤੇ ਬੜਾ ਦੁਨੀਆ ਭਰ ਚੋਂ ਸ਼ੋਭਾ ਮਿਲੀ ਸੀ ਨਵਜੋਤ ਸਿੱਧੂ ਨੂੰ। ਉਦੋਂ ਇਹੀ ਭੈਣ ਕਹਿ ਰਹੀ ਸੀ ਕਿ ਮੈਨੂੰ ਆਪਣੇ ਭਰਾ ਤੇ ਮਾਣ ਹੈ ਜਿਸ ਨੇ ਸਾਡਾ ਸਾਰਾ ਨਾਂ ਉੱਚਾ ਕੀਤਾ ਹੈ। ਇਹੀ ਭੈਣ ਮੀਡੀਆ ਦੇ ਸਾਹਮਣੇ ਆ ਕੇ ਕਹਿ ਰਹੀ ਸੀ। ਤੇ ਹੁਣ ਇਹੀ ਭੈਣ ਹੈ ਜਿਸ ਨੇ ਕਾਫੀ ਗੰਭੀਰ ਦੋਸ਼ ਲਾਏ ਨੇ। ਪਹਿਲਾਂ ਤਾਂ ਇਹ ਦੱਸੋ, ਇਹ ਸੁਮਨ ਤੂਰ ਇੰਨੇ ਸਾਲ ਬਾਅਦ ਕਿਉਂ ਹੁਣ ਸਾਹਮਣੇ, ਕਿੰਨੇ ਸਾਲ ਹੋ ਗਏ ਇਸ ਮਾਮਲੇ ਨੂੰ, ਤੇ ਅੱਜ ਹੀ ਫਿਰ ਚੋਣਾਂ ਦੇ ਸਾਹਮਣੇ ਕਿਉਂ ਖੋਲਿਆ ਜਾਂ ਉਸ ਤੋਂ ਖੁਲਵਾਇਆ ਗਿਆ ਹੈ? ਇਸ ਬਾਰੇ ਸਾਰੀ ਕਹਾਣੀ ਕੀ ਹੈ? ਇਹ ਮੇਰਾ ਖਿਆਲ ਹੈ ਕਿ 30-31 ਸਾਲ ਪੁਰਾਣੀ ਕਹਾਣੀ ਜਿਹੜੀ ਕਿ ਉਹਨਾਂ ਨੇ ਖੋਲੀ ਹੈ। 1986 ਵਿੱਚ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਪਿਤਾ ਜੀ ਸੀਗੇ ਉਹ ਇਹ ਦੁਨੀਆ ਤੋਂ ਚਲੇ ਗਏ ਸੀ। ਉਹਨਾਂ ਦਾ
ਮਤਲਬ ਉਹਨਾਂ ਦੀ ਡੈਥ ਹੋ ਗਈ ਸੀਗੀ। ਤਾਂ ਉਸ ਤੋਂ ਬਾਅਦ ਦੀ ਗੱਲ ਉਹਨਾਂ ਨੇ ਛੇੜੀ ਹੈ। ਇਹ ਜਿਹੜੀ ਸੁਮਨ ਤੂਰ ਲੜਕੀ ਹੈਗੀ ਇਹ ਅਮਰੀਕਾ ਵਿੱਚ ਰਹਿੰਦੀ ਹੈ ਤੇ ਇਹ ਕਹਿੰਦੀ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਇੱਥੇ ਆਈ ਹਾਂ ਤੇ ਮੈਂ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦਾ ਯਤਨ ਵੀ ਕੀਤਾ ਸੀਗਾ। ਮੈਂ ਉਹਨਾਂ ਦੇ ਘਰੇ ਅੰਮ੍ਰਿਤਸਰ ਗਈ ਸੀਗੀ ਪਰ ਮੈਨੂੰ ਘਰੇ ਵੜਨ ਨਹੀਂ ਦਿੱਤਾ ਗਿਆ। ਇੱਕ ਤਾਂ ਇਹ ਵੱਡਾ ਦੋਸ਼ ਲਾਇਆ ਕਿ ਮੈਂ ਘਰੇ ਜਾ ਨਹੀਂ ਸਕੀ, ਉਹਨਾਂ ਨੂੰ ਮਿਲ ਨਹੀਂ ਸਕੀ। ਦੂਸਰੀ ਜਿਹੜੀ ਗੱਲ ਉਹਨਾਂ ਨੇ ਦੁਹਰਾਈ ਹੈ ਕਿ ਉਹਨਾਂ ਦੀ ਜਿਹੜੀ ਮਦਰ ਸੀਗੀ ਉਹ ਲਾਵਾਰਸ ਦੇ ਔਰਤ ਦੇ ਤੌਰ ਤੇ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਤੇ ਉਹਨਾਂ ਦੀ ਡੈਥ ਹੋ ਗਈ ਸੀ। ਇਹ ਵੀ ਬਹੁਤ ਇੱਕ ਵੱਡਾ ਗੰਭੀਰ ਦੋਸ਼ ਲਾਇਆ। ਉਹਨਾਂ ਨੇ ਕਿਹਾ ਹੈ ਸੁਮਨ ਤੂਰ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਉਹਨਾਂ ਦੇ ਪਿਤਾ ਦੀ ਡੈਥ ਹੋ ਗਈ ਤਾਂ ਜਿਹੜੀ ਉਹਦੀ ਮਦਰ ਨੂੰ ਸੀ ਨਿਰਮਲ ਕੌਰ ਸ਼ਾਇਦ ਉਹਨਾਂ ਦਾ ਨਾਂ ਹੈਗਾ, ਉਹਨੂੰ ਘਰੋਂ ਕੱਢਤਾ ਤੇ ਘਰੋਂ ਕਹਿੰਦਾ ਵੀ ਤੁਹਾਡੇ ਵਾਸਤੇ ਇੱਥੇ ਕੋਈ ਥਾਂ ਨਹੀਂ, ਤੁਸੀਂ ਜਾਓ। ਤਾਂ ਉਹਨੂੰ ਘਰ ਛੱਡਣਾ ਪੈ ਗਿਆ ਮਤਲਬ ਮਦਰ ਨੂੰ। ਤੇ ਉਸ ਤੋਂ ਬਾਅਦ ਫਿਰ ਉਹ ਦਿੱਲੀ ਜਾ ਕੇ ਕਿਤੇ ਪਲੇਟਫਾਰਮ ਤੇ ਲਾਵਾਰਸ ਔਰਤ ਦੇ ਤੌਰ ਤੇ ਮਤਲਬ ਉਹਨਾਂ ਦੀ ਜਿਹਨੂੰ ਕਹਿ ਸਕਦੇ ਹਾਂ ਕਿ ਮੌਤ ਹੋ ਗਈ। ਇਸ ਤਰ੍ਹਾਂ ਦੇ ਦੋਸ਼ ਸੁਮਨ ਤੂਰ ਨੇ ਲਾਏ ਨੇ ਤੇ ਨਾਲ ਇਹ ਵੀ ਕਿਹਾ ਕਿ ਉਹਨੇ ਪ੍ਰਾਪਰਟੀ ਦੇ ਦੋਸ਼ ਵੀ ਲਾਏ ਨੇ ਕਿ ਜਿਹੜੀ ਉਹਦੀ ਮਦਰ ਸੀ ਉਹ ਨੌਕਰੀ ਕਰਦੀ ਸੀ। ਭਗਵੰਤ ਸਿੰਘ ਤੇ ਜਿਹੜੀ ਦੋਨਾਂ ਦਾ ਗੁਜ਼ਾਰਾ, ਪਰਿਵਾਰ ਦਾ ਗੁਜ਼ਾਰਾ ਉਦੋਂ ਬੜੀ ਮੁਸ਼ਕਲ ਨਾਲ ਚੱਲਦਾ ਸੀਗਾ ਤੇ ਪਰਿਵਾਰ ਦੀ ਕੋਈ ਆਰਥਿਕ ਹਾਲਤ ਉਸ ਸਮੇਂ ਬਹੁਤੀ ਵਧੀਆ ਨਹੀਂ ਸੀ ਤੇ ਉਹ ਨੌਕਰੀ ਦੇ ਸਿਰ ਤੇ ਘਰ ਜਿਹੜਾ ਪਟਿਆਲੇ ਬਣਾਇਆ ਸੀਗਾ ਪੈਸੇ ਪੂਸੇ ਇਕੱਠੇ ਕਰਕੇ। ਤੇ ਬਾਅਦ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਉਹ ਘਰ ਵਿੱਚੋਂ ਹਿੱਸਾ ਨਹੀਂ ਦਿੱਤਾ, ਮਤਲਬ ਪ੍ਰਾਪਰਟੀ ਚੋਂ ਕੋਈ ਹਿੱਸਾ ਨਹੀਂ ਦਿੱਤਾ। ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਮਨ ਤੂਰ ਨੇ ਕਈਆਂ ਨੇ ਹੈਗੇ ਨੇ। ਗੱਲ ਹੁਣ ਇਹ ਹੈਗੀ ਕਿ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਵਾਈਫ ਹੈ ਨਵਜੋਤ ਕੌਰ, ਉਹਨੇ ਕਿਹਾ ਕਿ ਉਹਨਾਂ ਦੇ ਜਿਹੜੇ ਸਹੁਰਾ ਸਾਹਿਬ ਸੀਗੇ ਉਹਨਾਂ ਦੇ 2 ਵਿਆਹ ਸੀਗੇ, ਸ਼ਾਇਦ ਇਹ ਪਹਿਲੇ ਵਿਆਹ ਦੀਆਂ ਲੜਕੀਆਂ ਹੈਗੀਆਂ। ਮੈਂ ਇਹਨਾਂ ਨੂੰ ਬਹੁਤਾ ਜਾਣਦੀ ਨਹੀਂ, ਮੈਂ ਇਹਨਾਂ ਨੂੰ ਕਦੇ ਮਿਲੀ ਨਹੀਂ। ਮੇਰੇ ਵਿਆਹ ਤੋਂ ਪਹਿਲਾਂ ਮੇਰੇ ਵਿਆਹ ਤੋਂ ਬਾਅਦ ਕਦੇ ਮੈਂ ਇਹਨਾਂ ਨੂੰ ਦੇਖਿਆ ਵੀ ਨਹੀਂ। ਇਸ ਤਰ੍ਹਾਂ ਦੀ ਗੱਲ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਵਾਈਫ ਹੈਗੀ ਨਵਜੋਤ ਕੌਰ ਉਹਨੇ ਸਪਸ਼ਟੀਕਰਨ ਦਿੰਦੇ ਹੋਏ ਕਹੀ ਹੈ। ਹਲੇ ਦੇਖੋ ਕਿ ਇਹ ਇਸ ਮੌਕੇ ਕਿਉਂ ਇਸ ਤਰ੍ਹਾਂ ਦੇ ਦੋਸ਼ ਲਾਏ ਨੇ, ਹਾਲਾਂਕਿ ਇਹ ਗੱਲ ਬਹੁਤ ਪੁਰਾਣੀ ਹੈਗੀ। 1986 ਜਿਹੜਾ ਕਿ 1986 ਦੀ ਗੱਲ ਤੋਂ ਬਾਅਦ ਫਿਰ 3 ਸਾਲ ਬਾਅਦ ਉਹਦੀ ਮਦਰ ਦੀ ਮੌਤ ਹੁੰਦੀ ਹੈ। ਉਸ ਤੋਂ ਇੰਨੇ ਸਾਲ ਬਾਅਦ ਇਹ ਕਿਉਂ ਦੋਸ਼ ਲਾਏ ਨੇ? ਤੁਹਾਨੂੰ ਪਤਾ ਹੀ ਹੈਗਾ ਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹ ਇਹੋ ਜਿਹੇ ਮੌਕਿਆਂ ਦਾ ਪੂਰਾ ਫਾਇਦਾ ਉਠਾਉਂਦੇ ਨੇ। ਕਿਤੋਂ ਨਾ ਕਿਤੋਂ ਇਹ ਵੀ ਦੋਸ਼ ਲੱਗ ਰਹੇ ਨੇ ਕਿਤੇ ਨਾ ਕਿਤੇ ਕਿ ਜਿਹੜੀ ਨਵਜੋਤ ਕੌਰ ਸਿੱਧੂ ਦੀ ਭੈਣ ਨੂੰ ਕੱਲ੍ਹ ਹੀ ਲੈ ਕੇ ਆਏ ਨੇ, ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਵਾਈ ਹੈਗੀ ਤਾਂ ਉਹਨਾਂ ਤੇ ਇਸ ਤਰ੍ਹਾਂ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਵਿਰੋਧੀ ਪਾਰਟੀਆਂ ਹੁੰਦੀਆਂ ਉਹ ਦੂਜੇ ਆਪਣੇ ਵਿਰੋਧੀਆਂ ਦੀਆਂ ਜਿਹੜੇ ਮੇਨ ਵਿਰੋਧੀ ਹੁੰਦੇ ਆ, ਖਾਸ ਕਰਕੇ ਜਿਹੜੇ ਵੱਡੇ ਨੇਤਾ ਹੁੰਦੇ ਆ, ਉਹਨਾਂ ਦੀ ਪੂਰੀ ਜਨਮ ਪੱਤਰੀ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਉਹਨਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਤਾਂ ਇਸ ਤਰ੍ਹਾਂ ਮੇਰਾ ਖਿਆਲ ਹੈ ਕਿ ਕਿਸੇ ਨਾ ਕਿਸੇ ਨੇ ਜ਼ਰੂਰ ਨਵਜੋਤ ਸਿੰਘ ਸਿੱਧੂ ਤੇ ਉਹਦੇ ਪਰਿਵਾਰ ਦੀ ਜਨਮ ਪੱਤਰੀ ਫੁੱਲਣ ਦੀ ਕੋਸ਼ਿਸ਼ ਕੀਤੀ ਹੋਗੀ ਤੇ ਉਹਨਾਂ ਨੇ ਕੋਸ਼ਿਸ਼ ਕਰਕੇ ਸੁਮਨ ਤੂਰ ਨੂੰ ਇੱਥੇ ਲਿਆਂਦਾ ਹੋਏਗਾ। ਸੋ ਇਹ ਹੁਣ ਮਸਲਾ ਜਿਹੜਾ ਹੈਗਾ ਕਿ ਕੱਲ੍ਹ ਦਾ ਜਿਹੜਾ ਜਦੋਂ ਦੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ, ਇਹ ਦੋਸ਼ ਕੋਈ ਪਬਲਿਕਲੀ ਲਾਇਆ, ਉਹਨਾਂ ਨੇ ਕੋਈ ਅੰਦਰ ਵੜ ਕੇ ਨਹੀਂ ਲਾਏ। ਤਾਂ ਉਸ ਤੋਂ ਬਾਅਦ ਇਹ ਮਸਲਾ ਕਾਫੀ ਵੱਡੇ ਪੱਧਰ ਤੇ ਜਿਹੜਾ ਭਖਿਆ ਹੋਇਆ ਹੈ। ਜਿਹੜੇ ਮਜੀਠੀਆ ਹੈਗੇ ਨੇ ਉਹਨਾਂ ਨੇ ਤਾਂ ਸਿੱਧਾ ਹੀ ਨਵਜੋਤ ਸਿੱਧੂ ਉੱਤੇ ਹਮਲਾ ਕੀਤਾ ਹੈ ਕਿ ਦੇਖੋ ਕਿਸ ਤਰ੍ਹਾਂ ਦੀਆਂ ਗੱਲਾਂ, ਪਰਿਵਾਰਕ ਗੱਲਾਂ ਸਾਹਮਣੇ ਆ ਰਹੀਆਂ ਨੇ, ਕਿਸ ਤਰ੍ਹਾਂ ਦਾ ਵਰਤਾਰਾ ਰਿਹਾ ਹੋਏਗਾ ਨਵਜੋਤ ਸਿੰਘ ਸਿੱਧੂ ਦਾ। ਤੇ ਕੱਲ੍ਹ ਉਹਨੇ ਕਾਗਜ਼ ਭਰੇ ਸੀ, ਕਾਗਜ਼ ਭਰਨ ਤੋਂ ਬਾਅਦ ਇਸ ਤਰ੍ਹਾਂ ਦੀ ਗੱਲਾਂ ਉਹਨਾਂ ਨੇ ਮਜੀਠੀਆ ਨੇ ਵੀ ਕੀਤੀਆਂ ਨੇ। ਪਰ ਮੈਨੂੰ ਲੱਗਦਾ ਕਿ ਇਕੱਲੇ ਮਜੀਠੀਆ ਸਾਹਿਬ ਨੇ, ਦੂਸਰੀਆਂ ਪੋਲੀਟੀਕਲ ਪਾਰਟੀਆਂ ਵੀ ਸਿੱਧੂ ਤੇ ਇਸ ਮਸਲੇ ਨੂੰ ਲੈ ਕੇ ਹਮਲਾਵਰ ਰੁਖ ਮਤਲਬ ਅਖਤਿਆਰ ਕਰਨਗੀਆਂ। ਤੇ ਹਲੇ ਸੱਚਾਈ ਕੀ ਹੈ ਸਾਰੀ ਇਹ ਹਲੇ ਸਾਹਮਣੇ ਮੇਰਾ ਖਿਆਲ ਇੱਕ ਦੋ ਦਿਨ ਤੱਕ ਆ ਜਾਏਗੀ। ਕਿਸ ਤਰ੍ਹਾਂ ਦੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਫਾਦਰ ਸੀਗੇ, ਉਹਨਾਂ ਦੇ ਕਿਸ ਤਰ੍ਹਾਂ ਦੇ ਰਿਲੇਸ਼ਨ ਇਹਨਾਂ ਦੀ ਮਾਤਾ ਜੀ ਨਾਲ ਸੀਗੇ, ਕੀ ਸੱਚਾਈ ਹੈ, ਕਿਸ ਤਰ੍ਹਾਂ ਉਹ ਘਰ ਛੱਡ ਕੇ ਗਏ, ਕੀ ਹੋਇਆ, ਸਾਰਾ ਕੁਝ ਅਜੇ ਤਾਂ ਇਹ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ। ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਜਿਹੜੀ ਸੁਮਨ ਤੂਰ ਦੀ ਮਦਰ ਸੀਗੇ ਉਹ ਲੁਧਿਆਣੇ ਜਾ ਕੇ ਰਹਿਣ ਲੱਗ ਗਏ ਸੀ ਕਿਸੇ ਹੋਰ ਪਰਿਵਾਰ ਨਾਲ। ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਰਹੀਆਂ ਨੇ। ਸੋ ਸੱਚਾਈ ਹਜੇ ਸਾਹਮਣੇ ਨਹੀਂ ਆਈ। ਜਿਹੜੀ ਨਵਜੋਤ ਸਿੰਘ ਸਿੱਧੂ ਦੀ ਵਾਈਫ ਉਹਨਾਂ ਦਾ ਕਿਹਾ ਕਿ ਨਵਜੋਤ ਸਿੰਘ ਸਿੱਧੂ ਤਾਂ ਆਪਣੇ ਪਿਤਾ ਜੀ ਦੇ ਇਕੱਲੇ ਹੀ ਬੇਟੇ ਸਨ, ਉਹਦੀਆਂ ਭੈਣਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਜੀ। ਪਰ ਮੇਰਾ ਸਵਾਲ ਹੁਣ ਇਹ ਹੈ ਕਿ ਇਹ ਜੋ ਦੋਸ਼ ਨੇ ਇਹਨਾਂ ਦਾ ਕਿੰਨਾ ਕੁ ਅਸਰ ਪਏਗਾ ਜੋ ਇਸ ਵੇਲੇ ਜਿਸ ਤਰ੍ਹਾਂ ਸਰਗਰਮ ਹੈ ਨਵਜੋਤ ਸਿੱਧੂ, ਕਿੰਨਾ ਕੁ ਅਕਸ ਖਰਾਬ ਹੋਏਗਾ, ਕੀ ਇੰਪੈਕਟ ਪਏਗਾ ਜਾਂ ਪਏਗਾ ਕਿ ਨਹੀਂ, ਕੋਈ
ਇਸ ਦੇ ਵੱਲੋਂ ਨਵਜੋਤ ਵੱਲੋਂ ਪ੍ਰਤੀਕਰਮ? ਦੇਖੋ, ਇਹ ਪ੍ਰਾਪੋਗੰਡੇ ਦਾ ਇੱਕ ਬਹੁਤ ਵੱਡਾ ਸਾਧਨ ਬਣ ਜਾਂਦੀਆਂ ਜਿਹੜੀਆਂ ਗੱਲਾਂ। ਜਦੋਂ ਕੋਈ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਤਾਂ ਪੋਲੀਟੀਕਲ ਪਾਰਟੀਆਂ ਨੂੰ, ਖਾਸ ਕਰਕੇ ਰਾਜਨੀਤਿਕ ਵਿਰੋਧੀਆਂ ਨੂੰ, ਬੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਫਿਰ ਮੌਕਾ ਮਿਲ ਜਾਂਦਾ। ਹੁਣ ਸਿੱਧੂ ਤੇ ਕੋਈ ਬਹੁਤ ਵੱਡਾ ਕਰਪਸ਼ਨ ਦਾ ਜਾਂ ਕੋਈ ਹੋਰ ਕਿਸੇ ਕਿਸਮ ਦਾ ਦੋਸ਼ ਤਾਂ ਨਹੀਂ ਲਾਇਆ ਜਾ ਸਕਦਾ, ਪਰ ਇਸ ਤਰ੍ਹਾਂ ਦੀਆਂ ਪਰਿਵਾਰਕ ਜਿਹੜੀਆਂ ਗੱਲਾਂ ਉਹਨੂੰ ਉਛਾਲ ਕੇ ਇੱਕ ਤਰ੍ਹਾਂ ਦਾ, ਜਿਹਨੂੰ ਕਹਿੰਦੇ ਆ ਆਪਾਂ ਵੀ ਰਾਜਨੀਤੀ ਵੀ ਜਿਹੜਾ ਚਿੱਕੜ ਸਿੱਟਣਾ ਹੁੰਦਾ ਹੈ, ਉਹ ਚਿੱਕੜ ਜਿਹੜਾ ਹੈਗਾ ਉਹ ਬਹੁਤ ਸਾਰਾ ਮਤਲਬ ਰਾਜਨੀਤਿਕ ਲੋਕ ਜਿਹੜਾ ਇੱਕ ਦੂਜੇ ਦੇ ਖਿਲਾਫ ਸਿੱਟਦੇ ਨੇ। ਤਾਂ ਹੁਣ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲ ਗਿਆ ਕਿ ਉਹ ਜਿਹੜੇ ਨਵਜੋਤ ਸਿੰਘ ਸਿੱਧੂ ਤੇ ਹਮਲਾ ਕਰ ਸਕਣ, ਅਟੈਕ ਕਰ ਸਕਣ। ਤੇ ਜਦੋਂ ਉਹਨਾਂ ਦੀ ਭੈਣ ਗੱਲਾਂ ਇਹ ਕਹਿ ਰਹੀ ਹੈ ਤਾਂ ਹੋਰ ਵੀ ਗੱਲਾਂ ਨੂੰ ਬਲ ਮਿਲ ਜਾਂਦਾ ਹੈ ਕਿ ਉਹਦੇ ਪਰਿਵਾਰ ਦੇ ਮੈਂਬਰ ਹੀ ਕਹਿ ਰਹੇ ਨੇ। ਸੋ ਮਤਲਬ ਵੀ ਅਸਰ ਤਾਂ ਇਹਨਾਂ ਗੱਲਾਂ ਦਾ ਪੈਂਦਾ ਹੀ ਪੈਂਦਾ, ਕਿਉਂਕਿ ਕੁਝ ਲੋਕਾਂ ਨੂੰ ਮਤਲਬ ਜਿਹੜੇ ਇਹਨਾਂ ਗੱਲਾਂ ਦੇ ਪ੍ਰਭਾਵ ਥੱਲੇ ਵੀ ਆ ਜਾਂਦੇ ਨੇ ਤੇ ਉਹਨਾਂ ਨੂੰ ਵੀ ਕਈ ਵਾਰੀ ਜਿਹੜਾ ਹੈਗਾ ਕਿ ਬਹੁਤ ਸਾਰੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ, ਪਰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਲੋਕਾਂ ਦਾ ਕਈ ਵਾਰੀ ਰੁੱਖ ਹੈ ਜਿਹੜਾ ਉਹ ਵੱਖਰੀ ਕਿਸਮ ਦਾ ਹੋ ਜਾਂਦਾ ਹੈ ਸਾਰੇ ਵਰਤਾਰੇ ਨੂੰ ਦੇਖ ਕੇ। ਜੀ ਸਰਬਜੀਤ ਧਾਲੀਵਾਲ ਜੀ, ਹੁਣ ਆਪਾਂ ਬਾਗੀ ਕਾਂਗਰਸੀਆਂ ਦੀ ਗੱਲ ਕਰੀਏ। ਹੁਣ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਚੋਂ ਕਾਫੀ ਬਾਗੀ ਹੋ ਗਏ ਨੇ ਤੇ ਉਹ ਕਹਿੰਦੇ ਜੀ ਅਸੀਂ ਆਜ਼ਾਦ ਖੜਨਾ ਹੈ, ਕਿਸੇ ਨੇ ਕਿਤੇ ਖੜਨਾ ਹੈ, ਕੋਈ ਕਿਸੇ ਦੂਜੀ ਪਾਰਟੀ ਸ਼ਾਮਲ ਹੋ ਗਿਆ। ਬਹੁਤ ਸਾਰੇ ਅਜਿਹੇ ਚਿਹਰੇ ਨੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਤਾਂ ਉਹ ਦੂਜੀ ਪਾਰਟੀ 'ਚ ਤਾਂ ਸ਼ਾਮਲ ਨਹੀਂ ਹੋਏ, ਲੇਕਿਨ ਆਜ਼ਾਦ ਜ਼ਰੂਰ ਖੜ ਗਏ ਨੇ, ਕਾਗਜ਼ ਭਰੇ ਨੇ, ਹੁਣੇ ਖਬਰਾਂ ਆ ਰਹੀਆਂ ਨੇ। ਤੇ ਚਰਨਜੀਤ ਚੰਨੀ ਦਾ ਭਾਈ ਜਿਹੜਾ ਮਨੋਹਰ ਸਿੰਘ ਸੀਗਾ, ਉਹਦੀ ਕੀ ਸਥਿਤੀ ਹੈ? ਕਿ ਉਹ ਵੀ ਆਜ਼ਾਦ ਕਿਤੇ ਕਾਗਜ਼ ਭਰੇ ਆ ਉਹਨੇ? ਦੇਖੋ, ਚਰਨਜੀਤ ਸਿੰਘ ਚੰਨੀ ਦੇ ਭਰਾ ਜਿਹੜੇ ਮਨੋਹਰ ਸਿੰਘ ਨੇ, ਉਹਨਾਂ ਨੇ ਕਾਗਜ਼ ਕੱਲ ਭਰਤੇ ਨੇ ਬੱਸੀ ਪਠਾਣਾ ਤੋਂ। ਸੋ ਇਸ ਕਰਕੇ ਇਹਦੇ ਨਾਲ ਜਿਹੜੇ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਪੋਜੀਸ਼ਨ ਹੈਗੀ ਉਹ ਵੀ ਥੋੜੀ ਜਿਹੀ ਮੇਰਾ ਖਿਆਲ ਹੈ ਕਿ ਦਾਅ ਤੇ ਲੱਗੀ ਹੈ, ਕਿਉਂਕਿ ਕਾਂਗਰਸ ਹਾਈ ਕਮਾਂਡ ਹੁਣ ਕਹੇਗੀ ਵੀ ਜੇ ਤੁਹਾਡੇ ਭਰਾ ਹੀ ਖੁਦ ਬਾਗੀ ਹੋ ਰਹੇ ਨੇ ਫਿਰ ਅਸੀਂ ਦੂਜਿਆਂ ਨੂੰ ਕਿਵੇਂ ਚੁੱਪ ਕਰਾਵਾਂਗੇ। ਤਾਂ ਇੱਕ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ। ਕੱਲੇ ਜਿਹੜੇ ਮਨੋਹਰ ਸਿੰਘ ਹੈਗੇ ਨੇ ਉਹਨਾਂ ਨੇ ਕੱਲਿਆਂ ਨੇ ਨਹੀਂ ਕਾਗਜ਼ ਭਰੇ, ਇਸ ਤੋਂ ਇਲਾਵਾ ਅਮਰੀਕ ਸਿੰਘ ਢਿੱਲੋਂ ਜਿਹੜੇ ਹੈਗੇ ਨੇ ਉਹ ਵੀ ਬਹੁਤ ਵਾਰੀ ਵਿਧਾਇਕ ਰਹੇ ਨੇ ਸਮਰਾਲੇ ਸਾਈਡ ਤੋਂ, ਤਾਂ ਉਹਨਾਂ ਨੇ ਵੀ ਕਾਗਜ਼ ਦਾਖਲ ਕਰਤੇ ਨੇ। ਉਹ ਆਪਣੇ ਪੋਤੇ ਵਾਸਤੇ ਟਿਕਟ ਮੰਗ ਰਹੇ ਸੀ, ਉਹਨਾਂ ਦੇ ਪੋਤੇ ਨੂੰ ਤਾਂ ਟਿਕਟ ਮਿਲੀ ਨਹੀਂ। ਉੱਥੇ ਰਾਜਾ ਗਿੱਲ ਹੈਗੇ ਨੇ ਜਿਹੜੇ ਕਰਮ ਸਿੰਘ ਸਾਬਕਾ ਵਜ਼ੀਰ ਸੀਗੇ, ਉਹਨਾਂ ਦੇ ਬੇਟੇ ਨੂੰ ਟਿਕਟ ਮਿਲੀ ਹੈਗੀ, ਤਾਂ ਇਸ ਕਰਕੇ ਉਹਨਾਂ ਨੇ ਵੀ ਉੱਥੇ ਵੀ ਉਹ ਵੀ ਖੜੇ ਹੋ ਗਏ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ। ਇੱਕ ਹੋਰ ਹਰਮਿੰਦਰ ਸਿੰਘ ਜੱਸੀ ਨੇ, ਉਹਨਾਂ ਨੇ ਤਲਵੰਡੀ ਸਾਬੋ ਤੋਂ ਕਾਗਜ਼ ਭਰਨ ਦਾ ਫੈਸਲਾ ਕੀਤਾ। ਜਿਹੜੇ ਹਰਮਿੰਦਰ ਸਿੰਘ ਜੱਸੀ ਨੇ ਉਹ ਵੀ ਪਹਿਲਾਂ ਕਾਂਗਰਸ ਪਾਰਟੀ ਦੇ ਵਿਧਾਇਕ ਵੀ ਰਹੇ ਨੇ, ਮੰਤਰੀ ਵੀ ਰਹੇ ਨੇ ਤੇ ਮਾਰਕਫੈੱਡ ਦੇ ਚੇਅਰਮੈਨ ਵੀ ਰਹੇ ਨੇ। ਉਹਨਾਂ ਨੇ ਵੀ ਕਿਹਾ ਕਿ ਮੈਂ ਚੋਣ ਲੜਾਂਗਾ, ਉਹਨਾਂ ਨੂੰ ਟਿਕਟ ਨਹੀਂ ਮਿਲੀ, ਉਹ ਤਲਵੰਡੀ ਸਾਬੋ ਤੋਂ ਲੜਨਾ ਚਾਹੁੰਦੇ ਸੀਗੇ। ਤੇ ਮੈਂ ਇਹ ਵੀ ਦੱਸਦਾ ਸਰੋਤਿਆਂ ਨੂੰ ਕਿ ਜਿਹੜੇ ਹਰਮਿੰਦਰ ਜੱਸੀ ਨੇ, ਉਹਨਾਂ ਦੀ ਜਿਹੜਾ ਗੁਰਮੀਤ ਰਾਮ ਰਹੀਮ ਹੈ ਸੱਚੇ ਸੌਦੇ ਵਾਲਾ, ਉਹਦੇ ਨਾਲ ਰਿਸ਼ਤੇਦਾਰੀ ਵੀ ਹੈਗੀ, ਬੜੀ ਨੇੜੇ ਦੀ ਰਿਸ਼ਤੇਦਾਰੀ ਹੈਗੀ। ਮੇਰਾ ਖਿਆਲ ਹੈ ਕਿ ਸ਼ਾਇਦ ਦੋਨੇ ਆਪਸ ਵਿੱਚ ਕੁੜਮ ਵੀ ਹੈਗੇ ਨੇ ਉਹ। ਸੋ ਇਸ ਤਰ੍ਹਾਂ ਦਾ ਜਿਹੜਾ ਕਾਂਗਰਸ ਵਿੱਚ ਹੋਰ ਵੀ ਕਈ ਥਾਵਾਂ ਤੋਂ ਜਗਮੋਹਨ ਕੰਗ ਵੀ ਕਹਿ ਰਹੇ ਨੇ ਕਿ ਮੈਂ ਕਾਗਜ਼ ਭਰਾਂਗਾ। ਹੋਰ ਵੀ ਕਈ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ। ਸਤਕਾਰ ਕੌਰ ਵੀ ਕਹਿ ਰਹੀ ਹੈ ਕਿ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਾਂਗੀ। ਸੋ ਇਹ ਕਾਂਗਰਸ ਪਾਰਟੀ ਵਿੱਚ ਇਸ ਵੇਲੇ ਇਸ ਮੁੱਦੇ ਨੂੰ ਲੈ ਕੇ ਖਲਾਰਾ ਪਿਆ ਹੋਇਆ। ਪਰ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈਗੀ ਉਹ ਹੈਗੀ ਮਨੋਹਰ ਸਿੰਘ ਬਾਰੇ। ਡਾਕਟਰ ਮਨੋਹਰ ਸਿੰਘ, ਉਹਨਾਂ ਨੇ ਬੱਸੀ ਪਠਾਣਾ ਤੋਂ ਚੋਣ ਲੜਨ ਦਾ ਫੈਸਲਾ ਕੀਤਾ, ਉੱਥੋਂ ਹੀ ਕਾਗਜ਼ ਉਹਨਾਂ ਨੇ ਭਰੇ ਨੇ ਕੱਲ। ਤੇ ਜੀਪੀ ਸਿੰਘ ਦੇ ਖਿਲਾਫ ਉਹ ਕਾਫੀ ਦੇਰ ਤੋਂ ਲੜਾਈ ਲੜ ਰਹੇ ਸੀ। ਜੀਪੀਸੀ ਜਿਹੜੇ ਹੈਗੇ ਨੇ ਉਹ ਕਾਂਗਰਸ ਦੇ ਉੱਥੇ ਜਿਹੜੇ ਆਫੀਸ਼ੀਅਲ ਉਮੀਦਵਾਰ ਨੇ ਬੱਸੀ ਪਠਾਣਾ ਵਿੱਚ, ਤੇ ਮਤਲਬ ਵੀ ਕਾਫੀ ਦੇਰ ਤੋਂ ਇਹਨਾਂ ਦੀ ਤੂੰ ਮੈਂ ਚੱਲ ਰਹੀ ਸੀ। ਮਨੋਹਰ ਸਿੰਘ ਅਕਸਰ ਦੋਸ਼ ਲਾਉਂਦੇ ਨੇ ਕਿ ਮੈਂ ਜਦੋਂ ਉੱਥੇ ਡਾਕਟਰ ਲੱਗਿਆ ਹੋਇਆ ਸੀਗਾ ਤਾਂ ਮੇਰੀ ਜੀਪੀ ਸਿੰਘ ਨੇ ਬਲਵੀਰ ਸਿੰਘ ਸਿੱਧੂ ਨੂੰ ਕਹਿ ਕੇ, ਜਿਹੜੇ ਸਿਹਤ ਮੰਤਰੀ ਸੀਗੇ, ਉਹਨਾਂ ਨੂੰ ਕਹਿ ਕੇ ਮੇਰੀ ਬਦਲੀ ਕਰਾਈ ਸੀ। ਇਸ ਕਰਕੇ ਮੈਂ ਹੁਣ ਉਸ ਬਦਲੀ ਦਾ ਬਦਲਾ ਜਿਹੜਾ ਲੈਣਾ ਚਾਹੁੰਦਾ, ਇਸ ਕਰਕੇ ਵੀ ਮੈਂ ਉੱਥੇ ਖੜਾ ਹੋ ਰਿਹਾ, ਮਤਲਬ ਇਹ ਆਜ਼ਾਦ ਉਮੀਦਵਾਰ ਦੇ ਤੌਰ ਤੇ। ਤੇ ਮਨੋਹਰ ਸਿੰਘ ਇਹ ਵੀ ਦਾਅਵਾ ਕਰਦੇ ਨੇ ਕਿ ਉਹਨਾਂ ਨੇ ਲੋਕ ਉਹਨਾਂ ਦੇ ਨਾਲ ਨੇ, ਉਹਨਾਂ ਨੇ ਉਸ ਇਲਾਕੇ ਵਿੱਚ ਬਹੁਤ ਕੰਮ ਕੀਤਾ ਹੈ ਡਾਕਟਰ ਦੇ ਤੌਰ ਤੇ। ਕਾਫੀ ਦੇਰ ਉੱਥੇ ਡਾਕਟਰ ਦੇ ਤੌਰ ਤੇ ਉਹ ਤਾਇਨਾਤ ਰਹੇ ਨੇ, ਆਪਣਾ ਸਰਕਾਰੀ ਡਾਕਟਰ ਦੇ ਤੌਰ ਤੇ। ਤੇ ਉਹ ਕਹਿ ਰਹੇ ਨੇ ਕਿ ਲੋਕ ਮੇਰੇ ਨਾਲ ਨੇ, ਇਸ ਕਰਕੇ ਮੈਂ ਚੋਣ ਲੜਾਂਗਾ ਹੀ ਲੜਾਂਗਾ। ਜੀ ਸਰਬਜੀਤ ਧਾਲੀਵਾਲ ਜੀ, ਰਾਤੀ ਮੈਂ ਕਈ ਜਗ੍ਹਾ ਫੋਨ ਕੀਤੇ ਇਹ ਜਾਣਨ ਲਈ ਕਿ ਕੀ ਸਥਿਤੀ ਹੈ ਇੱਥੇ ਪੰਜਾਬ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੀ। ਜਿਹੜਾ ਚਰਨਜੀਤ ਚੰਨੀ ਹੈ, ਇਹਦਾ ਜਿਹੜਾ ਏਰੀਆ ਹੈ
ਜਿਹੜਾ ਇਹਦਾ ਹਲਕਾ ਉਸੇ ਵਿੱਚ ਮੇਰਾ ਪਿੰਡ ਪੈਂਦਾ ਹੈਗਾ। ਸੋ ਮੈਂ ਜੀ ਕਈ ਪਿੰਡਾਂ 'ਚ ਆਪਣੇ ਆਲੇ ਦੁਆਲੇ ਜੋ ਸੋਰਸ ਸੀ ਮੈਂ ਫੋਨ ਕੀਤੇ, ਤਕਰੀਬਨ 12 ਕੁ ਬੰਦਿਆਂ ਨਾਲ ਗੱਲ ਕੀਤੀ। 12 ਵਿੱਚੋਂ 10 ਦਾ ਕਹਿਣਾ ਸੀ ਕਿ ਇਸ ਵਾਰ ਚਰਨਜੀਤ ਚੰਨੀ ਦੀ ਆਪਣੀ ਸੀਟ ਖਤਰੇ ਵਿੱਚ ਹੈ। ਕਹਿੰਦੇ ਜਿਸ ਤਰ੍ਹਾਂ ਦੇ ਉਸ ਤੇ ਐਲੀਗੇਸ਼ਨ ਲੱਗੇ ਨੇ, ਲੋਕੀ ਪਿੱਛੇ ਹਟ ਗਏ ਨੇ ਉਹਦੇ ਸਪੋਰਟਰ। ਤੇ ਤੁਹਾਡਾ ਕੀ ਨਜ਼ਰੀਆ ਹੈ ਇਸ ਦੇ ਬਾਰੇ? ਦੇਖੋ, ਜਿਹੜੇ ਈਡੀ ਦੇ ਰੇਡ ਹੋਏ ਨੇ ਉਹਨਾਂ ਦੇ ਰਿਸ਼ਤੇਦਾਰਾਂ ਤੇ, ਉਸ ਤੋਂ ਬਾਅਦ ਜਿਹੜੀ ਚਰਨਜੀਤ ਸਿੰਘ ਚੰਨੀ ਦੀ ਆਪਣੀ ਪੋਜੀਸ਼ਨ ਵੀ ਕਾਫੀ ਖਰਾਬ ਹੋਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਇਹਦੇ ਵਿੱਚ ਜਿਹੜਾ ਉਹਨਾਂ ਦੇ ਪਹਿਲਾਂ ਮੋਰਲ ਹਾਈ ਗਰਾਊਂਡ ਤੇ ਲੈ ਕੇ ਚੱਲਦੇ ਸੀਗੇ ਉਹ ਗੱਲ ਹੁਣ ਉਨੀ ਗੱਲ ਨਹੀਂ ਰਹੀ, ਕਿਉਂਕਿ ਉਹਨਾਂ ਨੂੰ ਕਾਫੀ ਬਚਾਅ ਕਰਨਾ ਪਿਆ ਹੈ। ਰਿਸ਼ਤੇਦਾਰ ਕੋਲ ਇੰਨੇ ਪੈਸੇ ਕਿਸ ਤਰ੍ਹਾਂ ਆ ਗਏ, ਉਹ ਇਸ ਤਰ੍ਹਾਂ ਦਾ ਕਾਰੋਬਾਰ ਕਿਵੇਂ ਕਰਦਾ ਸੀ ਬਿਨਾਂ ਕਿਸੇ ਸਰਕਾਰੀ ਸ਼ੈ ਤੋਂ, ਉਹਦੇ ਕੋਲ ਇਹ ਸਰਕਾਰੀ ਜਿਪਸੀ ਗਨਮੈਨ ਕਿਵੇਂ ਲੈ ਕੇ ਚੱਲਦਾ ਸੀ, ਉਹ ਇਸ ਤਰ੍ਹਾਂ ਦੇ ਸਵਾਲ ਜਿਹੜੇ ਹੈਗੇ ਨੇ ਪਿਛਲੇ ਕਈ ਦਿਨਾਂ ਤੋਂ ਚਰਨਜੀਤ ਸਿੰਘ ਚੰਨੀ ਤੋਂ ਪੁੱਛੇ ਜਾ ਰਹੇ ਨੇ, ਖਾਸ ਕਰਕੇ ਵਿਰੋਧੀ ਪਾਰਟੀ ਵੱਲੋਂ, ਅਕਾਲੀ ਦਲ ਵੱਲੋਂ। ਤੇ ਉਹਨਾਂ ਨੇ ਕੋਈ ਵੀਡੀਓ ਵੀ ਰਿਲੀਜ਼ ਕੀਤੀਆਂ ਨੇ ਜਿਹੜੇ ਚੰਨੀ ਦੇ ਰਿਸ਼ਤੇਦਾਰਾਂ ਦੀਆਂ। ਤਾਂ ਮੇਰਾ ਖਿਆਲ ਹੈ ਕਿ ਮੁਕਾਬਲਾ ਉੱਥੇ ਹੁਣ ਇੰਨਾ ਸੁਧਾਰ ਨਹੀਂ ਰਿਹਾ, ਮੁਕਾਬਲਾ ਬਹੁਤ ਟਫ ਹੋ ਗਿਆ ਉੱਥੇ। ਤੇ ਨਾਲ ਜਿਹੜੇ ਹੋਰ ਇੱਕ ਦੋ ਉਮੀਦਵਾਰ ਨੇ, ਜਿਵੇਂ ਉਹ ਵੀ ਬਹੁਤ ਤਕੜੇ ਨੇ। ਸੰਧੂ ਪਰਿਵਾਰ ਤੋਂ ਇੱਕ ਉਮੀਦਵਾਰ ਹੈਗੇ ਨੇ ਜਿਹੜੇ ਮੈਡਮ ਸਤਵੰਤ ਕੌਰ ਸੰਧੂ ਸੀ, ਮੇਰਾ ਖਿਆਲ ਹੈ ਉਹਨਾਂ ਦੇ ਬੇਟੇ ਵੀ ਉੱਥੋਂ ਚੋਣ ਲੜ ਰਹੇ ਨੇ। ਅਕਾਲੀ ਲੀਡਰ ਹੁੰਦੇ ਸੀ ਸਤਵੰਤ ਕੌਰ ਸੰਧੂ, ਬੜੇ ਨਾਮੀ ਉਮੀਦਵਾਰ ਨੇ, ਚੰਗੇ ਤਕੜੇ ਉਮੀਦਵਾਰ ਨੇ। ਜਿਹੜੇ ਸਤਵੰਤ ਕੌਰ ਸੰਧੂ ਦੇ ਘਰ ਵਾਲੇ ਸੀਗੇ ਅਜੈਬ ਸਿੰਘ ਸੰਧੂ, ਪੱਕੀ ਸੀਟ ਸੀ, ਬੜਾ ਉਸ ਹਲਕੇ ਵਿੱਚ ਮਾਣ ਤਾਣ ਸੀ ਜੀ। ਸੰਧੂ ਪਰਿਵਾਰ ਦੀ ਪੱਕੀ ਸੀਟ ਸੀ ਇਹ, ਤੇ ਲਗਾਤਾਰ ਉਹ ਕਈ ਸਾਲ ਜਿੱਤਦੇ ਰਹੇ ਨੇ, ਮੈਨੂੰ ਯਾਦ ਹੈ। ਸੋ ਇਸ ਕਰਕੇ ਇਹ ਚੰਨੀ ਉਹਨਾਂ ਨੇ ਖੈਰ ਉਹ ਜਿਹੜਾ ਸੀਗਾ ਉਹਨਾਂ ਦਾ ਗੜ੍ਹ ਸੀਗਾ ਉਹ ਤੋੜਿਆ ਸੀਗਾ। ਆਜ਼ਾਦ ਉਮੀਦਵਾਰ ਖੜ ਕੇ ਚੰਨੀ ਉਹਨੇ ਜਿੱਤੇ ਸੀ। ਲੇਕਿਨ ਹੁਣ ਜਿਹੜੀ ਪੋਜੀਸ਼ਨ ਬਣੀ ਹੋਈ ਹੈ, ਹੁਣ ਪੋਜੀਸ਼ਨ ਬਿਲਕੁਲ ਉਲਟ ਹੋ ਗਈ ਹੈ। ਮੈਂ ਜਿਵੇਂ ਦੱਸਿਆ 12 ਚੋਂ 10 ਬੰਦਿਆਂ ਦੀ ਇਹ ਰਿਪੋਰਟ ਸੀ ਕਿ ਚੰਨੀ ਦੇ ਇਸ ਵਾਰ ਜਿੱਤਣ ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਸਕਦਾ ਹੈਗਾ। ਤੇ ਲੋਕੀ ਜਿੰਨੇ ਵੀ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਨੇ, ਕਹਿੰਦੇ ਰੋਜ਼ ਅਖਬਾਰ ਚੰਨੀ ਦੇ ਵਿਰੁੱਧ ਭਰੇ ਦੇ ਭਰੇ ਆ ਰਹੇ ਨੇ। ਉਸ ਦੇ ਪਰਦੇ ਤੇ ਪਰਦਾ ਫਾਸ਼ ਹੋ ਰਿਹਾ। ਜਿਨ੍ਹਾਂ ਲੋਕਾਂ ਨੂੰ ਵਿਸ਼ਵਾਸ ਸੀ ਉਹ ਟੁੱਟ ਗਿਆ ਲੋਕਾਂ ਦਾ। ਈਵਨ ਜਿਹੜੇ ਲੋਕ ਉਹਦੇ ਕੱਟੜ ਸਪੋਰਟਰ ਸੀ, ਡਟ ਕੇ ਹਮਾਇਤ ਕਰਦੇ ਸੀ, ਹੁਣ ਚੰਨੀ ਉਹਨਾਂ ਤੋਂ ਖੁਦ ਵੀ ਪਾਸਾ ਵੱਟ ਗਿਆ। ਹਾਲਾਂਕਿ ਉਸ ਨੂੰ ਗਰਜ ਹੈ, ਲੋਕੀ ਕੋਈ ਕਿਸੇ ਕਾਰਨ ਖਫਾ ਹੈ, ਕੋਈ ਕਿਸੇ ਕਾਰਨ ਖਫਾ ਹੈ। ਅੱਜ ਉਹ ਗੱਲ ਨਹੀਂ ਰਹੀ ਚੰਨੀ ਦੀ, ਕਹਿੰਦੇ ਜੋ ਪਹਿਲਾਂ ਸੀ। ਤੇ ਦੂਜੇ ਪਾਸੇ ਹੁਣ ਆਪਾਂ ਗੱਲ ਕਰਦੇ ਹਾਂ ਮਾਇਆਵਤੀ ਦੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਹੈ ਬਸਪਾ। ਸੋ ਬਸਪਾ ਨੂੰ ਲੈ ਕੇ ਹੁਣ ਕਦੋਂ ਆ ਰਹੀ ਹੈ ਤੇ ਕਿੱਥੇ ਆ ਰਹੀ ਹੈ ਮਾਇਆਵਤੀ, ਕਿਉਂਕਿ ਉਹ ਪ੍ਰਚਾਰਕਤਾ ਬੜੀ ਜ਼ਬਰਦਸਤ ਹੈ। ਦੇਖੋ, ਮਾਇਆਵਤੀ ਦਾ ਪੰਜਾਬ ਵਿੱਚ ਪ੍ਰਭਾਵ ਹੈਗਾ। ਬੀਐਸਪੀ ਕਿਸੇ ਸਟੇਜ ਤੇ ਆਪਣਾ ਅੱਜ ਤੋਂ ਕਈ ਸਾਲ ਪਹਿਲਾਂ ਬੜੀ ਤਕੜੀ ਪਾਰਟੀ ਮਤਲਬ ਦੇ ਤੌਰ ਤੇ ਉੱਭਰੀ ਸੀ, ਖਾਸ ਕਰਕੇ ਜਿਹੜੇ ਇਲਾਕੇ ਜਿੱਥੇ ਦਲਿਤ ਭਾਈਚਾਰਾ ਡੋਮੀਨੇਟ ਕਰਦਾ ਹੈ, ਜਿਹਨੂੰ ਆਪਾਂ ਦੁਆਬਾ ਰੀਜਨ ਕਹਿੰਦੇ ਆ। ਤਾਂ ਹੁਣ ਜਿਹੜੀ ਰੈਲੀ ਰੱਖੀ ਹੈ ਬਸਪਾ ਨੇ, ਉਹ ਵੀ ਰੱਖੀ ਹੈ ਦੁਆਬਾ ਰੀਜਨ, ਜਿਹੜਾ ਦੁਆਬਾ ਖੇਤਰ ਹੈਗਾ, ਮਤਲਬ ਉਹਦੇ ਵਿਚਾਲੇ ਰੱਖੀ ਹੈ। ਜਮਾ ਨਵਾਂ ਸ਼ਹਿਰ ਦੇ ਵਿੱਚ ਰੈਲੀ ਰੱਖੀ ਹੈ। 8 ਫਰਵਰੀ ਨੂੰ ਮਾਇਆਵਤੀ ਨੇ ਉੱਥੇ ਰੈਲੀ ਨੂੰ ਐਡਰੈਸ ਕਰਨਾ ਹੈ, ਤੇ ਇਹ ਦੋਨਾਂ ਧਿਰਾਂ ਦੀ ਸਾਂਝੀ ਰੈਲੀ ਹੈਗੀ। ਨਾਲ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਹੋਏਗਾ, ਕਿਉਂਕਿ ਦੋਨੇ ਆਸ ਵਿੱਚ ਉਹਨਾਂ ਦਾ ਚੁਣਾਵੀ ਗੱਠਜੋੜ ਹੈਗਾ ਦੋਨਾਂ ਪਾਰਟੀਆਂ ਦਾ। ਸੋ ਮੇਰਾ ਖਿਆਲ ਹੈ ਕਿ ਮਾਇਆਵਤੀ ਦੇ ਆਉਣ ਨਾਲ ਕਾਫੀ ਵੱਡਾ ਪ੍ਰਭਾਵ ਪੈ ਸਕਦਾ ਹੈ, ਖਾਸ ਕਰਕੇ ਦਲਿਤ ਭਾਈਚਾਰੇ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਥੋੜ੍ਹਾ ਜਿਹਾ ਲਾਭ ਮਿਲ ਸਕਦਾ ਹੈ। ਕਿਉਂਕਿ ਪਿਛਲੇ ਦਿਨਾਂ ਵਿੱਚ ਚਰਨਜੀਤ ਸਿੰਘ ਚੰਨੀ ਤੇ ਜਿਹੜੇ ਹਮਲੇ ਹੋਏ ਨੇ ਵਿਰੋਧੀ ਪਾਰਟੀਆਂ ਵੱਲੋਂ, ਤੇ ਉਹਦੇ ਰਿਸ਼ਤੇਦਾਰਾਂ ਤੇ ਜਿਹੜੀ ਈਡੀ ਦੇ ਰੇਡ ਹੋਏ ਨੇ, ਉਸ ਤੋਂ ਬਾਅਦ ਜਿਹੜੀ ਦਲਿਤ ਭਾਈਚਾਰੇ 'ਚ ਵੀ ਚਰਚਾ ਚੱਲ ਰਹੀ ਹੈ ਕਿ ਆਪਾਂ ਹੁਣ ਕਿਹੜੇ ਪਾਸੇ ਜਾਈਏ, ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਬਾਰੇ ਜਿਹੜੇ ਗੱਲਾਂ ਹੋ ਰਹੀਆਂ ਨੇ ਕਿ ਉਹ ਮਤਲਬ ਪਾਰਟੀ ਨੂੰ ਸਿਰੇ ਲਾ ਸਕਣਗੇ, ਨਹੀਂ ਲਾ ਸਕਣਗੇ, ਇਹ ਵੀ ਗੱਲ ਚਰਚਾ ਸ਼ੁਰੂ ਹੋਈ ਹੈ। ਇਸ ਦੇ ਨਾਲ ਇਹ ਵੀ ਇੱਕ ਗੱਲ ਹੈਗੀ ਕਿ ਕੀ ਚਰਨਜੀਤ ਸਿੰਘ ਚੰਨੀ ਗਾਹਾਂ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਐਲਾਨੇਗੀ ਜਾਂ ਨਹੀਂ ਐਲਾਨੇਗੀ, ਇਹਦੇ ਬਾਰੇ ਵੀ ਸਵਾਲ ਖੜੇ ਹੋ ਗਏ ਨੇ। ਕਿਉਂਕਿ ਰਾਹੁਲ ਗਾਂਧੀ ਆਪਣੀ ਫੇਰੀ ਦੌਰਾਨ ਇਹ ਕਹਿ ਗਏ ਸੀਗੇ ਕਿ ਅਸੀਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਜਲਦੀ ਹੀ ਐਲਾਨ ਕਰਾਂਗੇ। ਜੇ ਫਰਜ਼ ਕਰੋ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਐਲਾਨ ਦਿੱਤਾ ਜਾਂਦਾ ਹੈ ਤਾਂ ਫਿਰ ਦਲਿਤ ਭਾਈਚਾਰੇ ਵਿੱਚ ਤਾਂ
ਬਹੁਤ ਵੱਡੀ ਇੱਕ ਤਰ੍ਹਾਂ ਦੀ ਨਿਰਾਸ਼ਤਾ ਫੈਲ ਜਾਏਗੀ। ਫਿਰ ਦਲਿਤ ਭਾਈਚਾਰਾ ਜਿਹੜਾ ਹੈਗਾ ਉਹ BSP ਵੱਲੋਂ ਪਲਟ ਸਕਦਾ ਹੈ, ਕਿਉਂਕਿ ਜਿਹੜੇ ਸੁਖਬੀਰ ਬਾਦਲ ਨੇ ਉਹ ਕਹਿ ਚੁੱਕੇ ਨੇ ਕਿ ਜੇ ਉਹਨਾਂ ਦੀ ਪਾਰਟੀ ਗਾਹਾਂ ਸੱਤਾ ਵਿੱਚ ਆਈ ਤਾਂ ਉਹ ਜ਼ਰੂਰ ਜਿਹੜਾ ਡਿਪਟੀ ਚੀਫ ਮਿਨਿਸਟਰ ਦੀ ਪੋਸਟ ਹੈਗੀ, ਡਿਪਟੀ ਚੀਫ ਮਿਨਿਸਟਰ ਦਾ ਜਿਹੜਾ ਅਹੁਦਾ ਹੈਗਾ ਉਹ ਦਲਿਤ ਭਾਈਚਾਰੇ ਨੂੰ ਦੇਣਗੇ। ਸੋ ਇਸ ਕਰਕੇ ਇਹ ਹੁਣ ਸਥਿਤੀ ਦਿਲਚਸਪ ਬਣ ਗਈ ਹੈ ਤੇ ਜਿਹੜਾ BSP ਹੈਗੀ ਉਹ ਮਾਇਆਵਤੀ ਨੂੰ ਲਿਆ ਰਹੇ ਨੇ ਤੇ ਉਹ ਇੱਥੇ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਇਕੱਲੇ ਇੱਕ ਰੈਲੀ ਨਹੀਂ ਕਰਾਉਣਗੇ। ਉਸ ਤੋਂ ਬਾਅਦ ਵੀ ਮੈਨੂੰ ਪਤਾ ਲੱਗਿਆ BSP ਦੇ ਬੰਦੇ ਦੱਸ ਰਹੇ ਸੀ, ਕੱਲ੍ਹ ਲੀਡਰ ਨੇਤਾ ਕਹਿ ਰਹੇ ਸੀ ਵੀ ਅਸੀਂ ਇੱਕ ਰੈਲੀ ਨਹੀਂ ਕਰਾਂਗੇ, ਇਹ ਸਾਡੀ ਪਹਿਲੀ ਰੈਲੀ ਹੈ, ਮਾਇਆਵਤੀ 2-3 ਰੈਲੀਆਂ ਪੰਜਾਬ ਵਿੱਚ ਜ਼ਰੂਰ ਕਰਨਗੇ। ਠੀਕ ਹੈ ਜੀ। ਸੋ ਜਿਹੜੇ ਮਾਇਆਵਤੀ ਆ ਉਸ ਦੇ ਆਉਣ ਨਾਲ ਸਿਆਸਤ ਹੋਰ ਗਰਮਾ ਸਕਦੀ ਹੈ। ਜਿੱਥੋਂ ਤੱਕ ਦਲਿਤ ਵੋਟ ਬੈਂਕ ਹੈ, ਦੁਆਬੇ ਦੇ ਵਿੱਚ ਕਾਂਗਰਸ ਦਾ ਪਹਿਲਾਂ ਚੰਗਾ ਹੋਲ ਸੀ, ਲੇਕਿਨ ਹੁਣ ਉਧਰੋਂ ਵੀ ਖਬਰਾਂ ਆ ਰਹੀਆਂ ਨੇ ਦਲਿਤ ਵੋਟ ਬੈਂਕ ਸੀ ਕਾਂਗਰਸ ਉਹ ਖਿਸਕਦਾ ਜਾਪ ਰਿਹਾ ਹੈ। ਇੱਕ ਮਾਇਆਵਤੀ ਫੈਕਟਰ ਵੀ ਹੈ ਤੇ ਕਈ ਹੋਰ ਫੈਕਟਰ ਨੇ ਜਿਨ੍ਹਾਂ ਕਾਰਨ ਉਹ ਹੁਣ ਉਨੀ ਪਕੜ ਜਿਹੜੀ ਨਹੀਂ ਰਹੀ ਕਾਂਗਰਸ ਦੀ, ਉਹ ਖੁੱਸਦੀ ਜਾ ਰਹੀ ਹੈ। ਤੇ ਜਿਹੜਾ ਸੰਯੁਕਤ ਸਮਾਜ ਮੋਰਚਾ ਉਹਦੀ ਗੱਲ ਕਰੀਏ, ਉਹਨਾਂ ਦਾ ਕੰਮ ਬੜਾ ਠੰਡਾ ਚੱਲ ਰਿਹਾ ਹੈਗਾ। ਹਾਂ ਦੇਖੋ, ਉਹਨਾਂ ਕੋਲੇ ਮੇਰਾ ਖਿਆਲ ਹੈ ਕਿ ਤਾਂ ਪੈਸਿਆਂ ਦੀ ਘਾਟ ਬਹੁਤ ਵੱਡੀ ਹੈ। ਸੰਯੁਕਤ ਸਮਾਜ ਮੋਰਚੇ ਕੋਲੇ ਪੈਸਿਆਂ ਦੀ ਮੇਰਾ ਖਿਆਲ ਹੈ ਕਿ ਇੱਕ ਤਾਂ ਵੱਡੀ ਕਮੀ ਹੈ, ਇਸ ਕਰਕੇ ਉਹਨਾਂ ਦਾ ਕੰਮ ਜਿਹੜਾ ਹੈਗਾ ਪੂਰੀ ਤਰ੍ਹਾਂ ਗਰਮ ਨਹੀਂ ਹੋਇਆ। ਦੂਸਰਾ, ਉਹ ਆਪਣੇ ਹਲਕਿਆਂ ਵਿੱਚ ਹੀ ਚੋਣ ਪ੍ਰਚਾਰ ਕਰ ਰਹੇ ਨੇ। ਉਹਨਾਂ ਦਾ ਕੋਈ ਸੈਂਟਰਲ ਸਿਸਟਮ ਨਹੀਂ ਹੈਗਾ, ਜਿਹੜਾ ਕੇਂਦਰੀ ਹੁੰਦਾ ਨਾ, ਇੱਕ ਕੇਂਦਰ ਬਣਾ ਕੇ ਉੱਥੋਂ ਸਾਰੀ ਕੰਪੇਨ ਮੈਨੇਜ ਹੁੰਦੀ ਹੈ ਜਿਹੜੀ, ਉਸ ਤਰ੍ਹਾਂ ਦਾ ਸਿਸਟਮ ਵੀ ਅਜੇ ਤੱਕ ਨਹੀਂ ਬਣਿਆ। ਹਾਲਾਂਕਿ ਉਹਨਾਂ ਨੇ ਮੇਰਾ ਖਿਆਲ 110 ਦੇ ਕਰੀਬ ਕੈਂਡੀਡੇਟ ਹੁਣ ਤੱਕ ਅਨਾਉਂਸ ਕਰ ਦਿੱਤੇ ਨੇ। 5-7 ਸੀਟਾਂ ਹੀ ਰਹਿ ਗਈਆਂ ਜਿਨ੍ਹਾਂ ਤੇ ਉਹਨਾਂ ਨੇ ਹਾਲੇ ਤੱਕ ਉਮੀਦਵਾਰ ਨਹੀਂ ਅਨਾਉਂਸ ਕੀਤੇ, ਬਾਕੀ ਤਕਰੀਬਨ ਸਾਰੀਆਂ ਸੀਟਾਂ ਤੇ ਹੋ ਗਏ ਨੇ। ਆਪਣੇ ਹਲਕਿਆਂ ਵਿੱਚ ਪ੍ਰਚਾਰ ਤੇ ਲੱਗੇ ਹੋਏ ਨੇ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਉਮੀਦਵਾਰ ਨੇ। ਉਹਨਾਂ ਨੇ ਕੋਈ ਮਤਲਬ ਜਿਹੜਾ ਵਿਧੀਬੰਧ ਢੰਗ ਨਾਲ, ਜਿਹੜਾ ਆਪਾਂ ਕਹਿੰਦੇ ਹੁੰਦੇ ਆ ਕਿ ਬੜੇ ਇੱਕ ਸਟਰਕਚਰ ਢੰਗ ਨਾਲ ਜਿਹੜਾ ਚੋਣ ਪ੍ਰਚਾਰ ਕਰਨਾ ਹੁੰਦਾ ਹੈ, ਉਸ ਤਰ੍ਹਾਂ ਦਾ ਸਿਸਟਮ ਹਜੇ ਇਹਨਾਂ ਤੋਂ ਬਣ ਨਹੀਂ ਸਕਿਆ। ਤੇ ਹਾਲੇ ਤੱਕ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਜਿਹੜਾ ਚੋਣ ਨਿਸ਼ਾਨ ਹੈ ਉਹ ਵੀ ਉਹਨਾਂ ਦਾ ਵਿੱਚੇ ਫਸਿਆ ਹੋਇਆ, ਚੋਣ ਨਿਸ਼ਾਨ ਵੀ ਨਹੀਂ ਮਿਲਿਆ ਤੇ ਜਿਹੜੀ ਪਾਰਟੀ ਦੀ ਰਜਿਸਟ੍ਰੇਸ਼ਨ ਹੈਗੀ ਉਹਦਾ ਮਸਲਾ ਵੀ ਹਾਲੇ ਤੱਕ ਵਿੱਚ ਹੀ ਪਿਆ ਹੈਗਾ। ਬਹੁਤ ਸਾਰੇ ਆਪਣਾ ਆਬਜੈਕਸ਼ਨ ਲਾਏ ਸੀ ਇਲੈਕਸ਼ਨ ਕਮਿਸ਼ਨ ਨੇ, ਉਹ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਆਬਜੈਕਸ਼ਨ ਲਾਏ ਸੀ ਉਹ ਤਾਂ ਦੂਰ ਕਰ ਦਿੱਤੇ ਗਏ ਨੇ। ਤੇ ਉਹ ਜਿਹੜੀ ਸੰਯੁਕਤ ਸਮਾਜ ਮੋਰਚੇ ਦੇ ਲੀਡਰ ਦਾ ਕਹਿਣਾ ਵੀ ਜਿਹੜੇ ਸਾਡੇ ਤੇ ਇਹ ਆਬਜੈਕਸ਼ਨ ਲਾਏ ਸੀਗੇ ਰਜਿਸਟ੍ਰੇਸ਼ਨ ਤੇ, ਉਹ ਇਹ ਦੋਸ਼ ਲਾ ਰਹੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਸੀ ਉਹਨਾਂ ਨੇ ਸਾਡੇ ਤੇ ਆਬਜੈਕਸ਼ਨ ਲਵਾਏ, ਉਹਨਾਂ ਦੇ ਵਕੀਲਾਂ ਦੀ ਟੀਮ ਉੱਥੇ ਰੱਖੀ ਹੋਈ ਹੈ ਜਿਹੜੀ ਕਿ ਸਾਡੀ ਰਜਿਸਟ੍ਰੇਸ਼ਨ ਨਹੀਂ ਹੋਣ ਦਿੰਦੀ, ਕਦੇ ਨਾ ਕਦੇ ਕੋਈ ਨਾ ਕੋਈ ਡਿੱਕਾ ਲਾ ਦਿੰਦੀ ਹੈ। ਸੋ ਮੇਰੇ ਕਈ ਹਾਲੇ ਤੱਕ ਪ੍ਰੋਬਲਮਾਂ ਹੈਗੀਆਂ ਨੇ ਸੰਯੁਕਤ ਸਮਾਜ ਮੋਰਚੇ ਦੇ ਰਾਹ 'ਚ ਖੜੀਆਂ ਨੇ। ਮੈਨੂੰ ਜੋ ਪਤਾ ਲੱਗਿਆ ਕਿ ਕੱਲ ਇਹਨਾਂ ਦੀ ਇੱਕ ਟੀਮ ਦਿੱਲੀ ਵੀ ਗਈ ਸੀ ਤੇ ਦਿੱਲੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿਹੜੇ ਵੱਡੇ ਅਫਸਰ ਨੇ ਉਹਨਾਂ ਨੂੰ ਮਿਲ ਕੇ ਵੀ ਆਏ ਨੇ ਤੇ ਉਹਨਾਂ ਨੂੰ ਕਮਿਸ਼ਨ ਨੂੰ ਬੇਨਤੀ ਕੀਤੀ, ਇਹਨਾਂ ਨੇ ਰਿਕੁਐਸਟ ਕੀਤੀ ਦੁਬਾਰਾ ਕਿ ਸਾਨੂੰ ਜਲਦੀ ਤੋਂ ਜਲਦੀ ਚੋਣ ਨਿਸ਼ਾਨ ਅਲਾਟ ਕੀਤਾ ਜਾਵੇ ਤੇ ਸਾਡੀ ਰਜਿਸਟ੍ਰੇਸ਼ਨ ਕੀਤੀ ਜਾਵੇ, ਕਿਉਂਕਿ ਕਾਗਜ਼ ਪੱਤਰ ਭਰਨ ਦਾ ਸਿਲਸਿਲਾ ਹੈ ਉਹ ਇਸ ਵੇਲੇ ਪੂਰੀ ਤਰ੍ਹਾਂ ਸਿਖਰ ਤੇ ਪਹੁੰਚਿਆ ਹੋਇਆ ਹੈ ਤੇ ਦਿਨ ਵੀ ਬਹੁਤ ਘੱਟ ਰਹਿ ਗਏ ਨੇ ਅਗਲੇ ਚੋਂ ਕਾਗਜ਼ ਭਰਨ ਦੇ। ਸੋ ਇਸ ਕਰਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਅੜਿੱਕੇ ਹੈਗੇ ਉਹ ਨਵੀਆਂ ਪਾਰਟੀਆਂ ਵਾਸਤੇ ਅਕਸਰ ਆਉਂਦੇ ਨੇ ਤੇ ਇਸ ਪਾਰਟੀ ਵਾਸਤੇ ਵੀ ਆਏ ਹੋਏ ਨੇ। ਜੀ ਸਰਬਜੀਤ ਧਾਲੀਵਾਲ ਜੀ, ਹੁਣ ਗੱਲ ਕਰਦੇ ਆ ਜਿਹੜੀ ਆਪਾਂ ਕੱਲ ਵੀ ਕੀਤੀ ਸੀ, ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦਾ ਅੰਮ੍ਰਿਤਸਰ ਦੇ ਵਿੱਚ ਮੁਕਾਬਲਾ ਹੋਣ ਜਾ ਰਿਹਾ ਹੈ ਤੇ ਇਸ ਨੂੰ ਹੁਣ ਕਿਵੇਂ ਲੈ ਰਹੇ ਨੇ ਲੋਕੀ, ਕੀ ਤਾਜ਼ਾ ਸਥਿਤੀ ਹੈ? ਕਿਉਂਕਿ ਇਹ ਸਟਾਰ ਪ੍ਰਚਾਰਕ ਹੈ ਕਾਂਗਰਸ ਦਾ ਨਵਜੋਤ ਸਿੱਧੂ, ਵਿਕਰਮ ਮਜੀਠੀਆ ਦੇ ਅੰਮ੍ਰਿਤਸਰ 'ਚ ਖੜੇ ਹੋਣ ਨਾਲ ਮੈਨੂੰ ਲੱਗਦਾ ਨਹੀਂ ਕਿ ਇਹ ਬਾਹਰ ਨਿਕਲ ਸਕਣਗੇ, ਕਿਉਂਕਿ ਇਹਨਾਂ ਨੂੰ ਬਹੁਤ ਜ਼ੋਰ ਲਾਉਣਾ ਪੈਣਾ ਹੈਗਾ। ਬੜੀ ਫਸਵੀਂ ਟੱਕਰ ਹੈ ਦੋਹੇ ਮਾਝੇ ਦੇ ਜਰਨੈਲਾਂ ਦੀ। ਬਿਲਕੁਲ ਜੀ, ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜਿਹੜੀ ਰਣਨੀਤੀ ਹੈ, ਮੇਰਾ ਖਿਆਲ ਹੈ ਕਿ ਉਹ ਬੜੀ ਸੋਚ ਸਮਝ ਨਾਲ ਇਹ ਫੈਸਲਾ ਲਿਆ ਹੈ ਕਿ ਵਿਕਰਮ ਮਜੀਠੀਆ ਨੂੰ ਉੱਥੋਂ ਖੜਾ ਕੀਤਾ ਜਾਵੇ। ਸੋ ਇਸ ਵੇਲੇ ਜਿਹੜੇ ਨਵਜੋਤ ਸਿੰਘ ਸਿੱਧੂ ਹੈਗੇ ਨੇ ਤਕਰੀਬਨ ਉਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਕੱਲਾ ਮਜੀਠੀਆ ਨਹੀਂ, ਉੱਥੇ ਹੋਰ ਵੀ ਬਹੁਤ 2 ਵੱਡੇ ਚੈਲੰਜ ਹੋ ਗਏ ਨੇ। ਉੱਥੇ ਜਿਹੜੇ ਜਗਮੋਹਨ ਸਿੰਘ ਰਾਜੂ IAS ਅਫਸਰ, ਰਿਟਾਇਰਡ IAS ਅਫਸਰ ਨੇ ਜਿਨ੍ਹਾਂ ਨੇ ਹੁਣੀ VRS ਲਈ ਹੈ, ਉਹ ਵੀ ਉੱਥੋਂ ਮਤਲਬ ਭਾਜਪਾ ਨੇ ਖੜੇ ਕੀਤੇ ਨੇ। ਤੇ ਨਾਲ ਇੱਕ ਉੱਥੇ ਜੀਵਨਜੋਤ ਕੌਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ, ਉਹ ਵੀ ਕਾਫੀ ਮਜ਼ਬੂਤ ਉਮੀਦਵਾਰ ਹੈ। ਇਸ ਕਰਕੇ ਜਿਹੜਾ ਮੁਕਾਬਲਾ ਹੈ ਉਸ ਹਲਕੇ ਵਿੱਚ ਇਸ ਵੇਲੇ ਜਿਹੜਾ ਅੰਮ੍ਰਿਤਸਰ ਈਸਟ ਹੈ ਜਿੱਥੋਂ ਇਹ ਨਵਜੋਤ ਸਿੰਘ ਸਿੱਧੂ ਪਿਛਲੇ ਵਾਰੀ ਜਿੱਤੇ ਸੀਗੇ ਚੰਗੇ ਮਾਰਜਨ ਤੇ, ਤਾਂ ਉਹ ਮੁਕਾਬਲਾ ਬਹੁਤ ਸਖਤ ਹੋ ਗਿਆ।
ਉਹ ਗੱਲ ਨਹੀਂ ਰਹੇਗੀ। ਜਿਸ ਤਰ੍ਹਾਂ ਜੇ ਮਜੀਠੀਆ ਸਾਹਿਬ ਨਾ ਖੜੇ ਹੁੰਦੇ ਤਾਂ ਫਿਰ ਨਵਜੋਤ ਸਿੰਘ ਸਿੱਧੂ ਜਿਹੜੇ ਹੈਗੇ ਸੀਗੇ ਉਹ ਖੁੱਲ੍ਹ ਕੇ ਪ੍ਰਚਾਰ ਕਰ ਸਕਦੇ ਸੀਗੇ, ਹੋਰ ਉਮੀਦਵਾਰਾਂ ਦੀਆਂ ਹਲਕਿਆਂ ਜਾ ਸਕਦੇ ਸੀਗੇ। ਤੇ ਇੱਕ ਤਾਂ ਚੁਣਾਵ ਜਿਹੜਾ ਚੋਣ ਪ੍ਰਚਾਰ ਆ ਉਹ ਤੇ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਨੇ, ਇਸ ਕਰਕੇ ਵੀ ਕਾਫੀ ਮੁਸ਼ਕਲ ਜਿਹੜੀ ਆ ਰਹੀ ਹੈ। ਦੂਸਰਾ ਜਿਹੜਾ ਹੈਗਾ ਕਿ ਇਹ ਮਜੀਠੀਆ ਦਾ ਉੱਥੇ ਖੜੇ ਹੋਣ ਨਾਲ ਸਥਿਤੀ ਬਿਲਕੁਲ ਹੀ ਬਦਲ ਗਈ ਹੈ। ਨਵਜੋਤ ਸਿੰਘ ਸਿੱਧੂ ਨੂੰ ਹੁਣ ਆਪਣਾ, ਕਿਉਂਕਿ ਉਹ ਮੁੱਖ ਮੰਤਰੀ ਦਾ ਦਾਅਵੇਦਾਰੀ ਵੀ ਪੇਸ਼ ਕਰਦੇ ਨੇ ਕਿ ਮੈਂ ਮੁੱਖ ਮੰਤਰੀ ਦਾ ਅਗਲਾ ਉਮੀਦਵਾਰ ਹੋ ਸਕਦਾ, ਇਸ ਕਰਕੇ ਉਹਨਾਂ ਨੂੰ ਉੱਥੋਂ ਜਿੱਤਣਾ ਉਹਨਾਂ ਵਾਸਤੇ ਇੱਕ ਆਪਾਂ ਕਹਿੰਦੇ ਆ ਵੀ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਹੈ। ਤੇ ਜੇ ਉੱਥੇ ਉਹਨਾਂ ਨੂੰ ਕੋਈ ਸੈਟਬੈਕ ਲੱਗਦੀ ਹੈ ਤਾਂ ਫਿਰ ਉਹਨਾਂ ਦਾ ਜਿਹੜਾ ਪੂਰੀ ਦਾ ਪੂਰਾ ਰਾਜਨੀਤਿਕ ਕੈਰੀਅਰ ਹੈ ਜਿਹਨੂੰ ਕਹਿੰਦੇ ਆਪਾਂ, ਉਹ ਵੀ ਦਾਅ ਤੇ ਲੱਗ ਜਾਏਗਾ। ਸੋ ਜਿਹੜੀ ਅਕਾਲੀ ਦਲ ਦੀ ਰਣਨੀਤੀ ਹੈ, ਮੇਰਾ ਖਿਆਲ ਹੈ ਕਿ ਉਹ ਕਾਫੀ ਹੱਦ ਤੱਕ ਇਸ ਵੇਲੇ ਉਹਨੇ ਨਵਜੋਤ ਸਿੰਘ ਸਿੱਧੂ ਨੂੰ ਜਕੜ ਲਿਆ ਇੱਕ ਤਰ੍ਹਾਂ ਦਾ। ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਉਸ ਹਲਕੇ ਵਿੱਚ ਬਹੁਤ ਜ਼ਿਆਦਾ ਜ਼ੋਰ ਲਾਉਣਾ ਪਏਗਾ, ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ। ਅੱਛਾ, ਇਕੱਲੇ ਮਜੀਠੀਆ ਨਹੀਂ, ਪਾਰਟੀ ਵਿੱਚ ਵੀ, ਕਾਂਗਰਸ ਪਾਰਟੀ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੇ ਬਹੁਤ ਸਾਰੇ ਵਿਰੋਧੀ ਬੈਠੇ ਨੇ, ਖਾਸ ਕਰਕੇ ਮਾਝੇ ਵਿੱਚ, ਤੇ ਉਹ ਵੀ ਪੂਰਾ ਜ਼ੋਰ ਲਾਉਣਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਥੇ ਫਸਾ ਕੇ ਰੱਖਿਆ ਜਾਵੇ। ਤੇ ਮਤਲਬ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਜਿਹੜਾ ਹਰਾਉਣ ਦੀ ਕੋਸ਼ਿਸ਼ ਵੀ ਅੰਦਰੋਂ ਅੰਦਰ ਹੀ ਕਈ ਬੰਦੇ ਕਰਨਗੇ ਉਸ ਇਲਾਕੇ ਵਿੱਚ ਮਾਝੇ ਦੇ। ਤੋ ਇਸ ਵੇਲੇ ਨਵਜੋਤ ਸਿੰਘ ਸਿੱਧੂ ਬਾਅਦ ਜਿਹੜੀ ਸਥਿਤੀ ਹੈ ਉਹ ਕਾਫੀ ਮੁਸ਼ਕਲ ਭਰੀ ਬਣੀ ਹੋਈ ਹੈ। ਜੀ। ਤੇ ਹੁਣ ਜਾਂਦੇ ਜਾਂਦੇ ਆਪਾਂ ਇੱਕ ਆਫ ਬੇਸ ਸਟੋਰੀ ਬਾਰੇ ਡਿਸਕਸ ਕਰਦੇ ਹਾਂ। ਉਹ ਹੈ ਕਿ ਜਿਹੜਾ ਪਾਕਿਸਤਾਨ ਦਾ ਵੀਜ਼ਾ ਲੱਗਿਆ ਹੈ ਬਠਿੰਡਾ ਜ਼ਿਲ੍ਹੇ ਦੇ ਸਿੱਕੇ ਖਾਂ ਨੂੰ, ਕਿੰਨੇ ਕੁ ਸਾਲ ਬਾਅਦ ਲੱਗਿਆ ਤੇ ਕਿੱਥੇ ਜਾਣਾ ਹੈ ਇਸ ਨੇ? ਕਹਿੰਦੇ ਦੇਸ਼ ਦੀ ਵੰਡ ਤੋਂ ਬਾਅਦ ਇਹ ਵਿਛੜ ਗਏ ਸੀ। ਇਹ ਵਿਸਤਾਰ ਨਾਲ, ਇਹ ਬੜੀ ਟੱਚਿੰਗ ਸਟੋਰੀ ਹੈ, ਇਸ ਦੇ ਬਾਰੇ ਦੱਸੋ ਸਰਬਜੀਤ ਜੀ। ਬਿਲਕੁਲ ਜੀ, ਬਿਲਕੁਲ, ਇਹ ਬਹੁਤ ਹੀ ਦਿਲਚਸਪ ਸਟੋਰੀ ਹੈਗੀ। ਸਿੱਕਾ ਖਾਨ ਨੂੰ ਕੱਲ ਪਾਕਿਸਤਾਨ ਦਾ ਜਿਹੜਾ ਹਾਈ ਕਮਿਸ਼ਨਰ ਇੰਡੀਆ ਵਿੱਚ, ਉਹਨਾਂ ਨੇ ਵੀਜ਼ਾ ਦਿੱਤਾ ਹੈ ਕਿ ਉਹ ਜਾ ਕੇ ਆਪਣੇ ਭਰਾ ਕੋਲੇ ਰਹਿ ਸਕਦੇ ਨੇ। ਜਿਹੜੇ ਸਿੱਕਾ ਖਾਨ ਨੇ, ਇਹ ਫੂਲੇਵਾਲ ਪਿੰਡ ਹੈਗਾ ਬਠਿੰਡੇ ਦੇ ਨੇੜੇ, ਉੱਥੋਂ ਦੇ ਰਹਿਣ ਵਾਲੇ ਨੇ। ਤੇ ਇਹ ਥੋੜ੍ਹੇ ਦਿਨ ਪਹਿਲਾਂ 10 ਜਨਵਰੀ ਨੂੰ ਆਪਣੇ ਭਰਾ ਨੂੰ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਮਿਲੇ ਸੀਗੇ। ਸਿੱਕਾ ਖਾਨ ਜਿਹੜੇ ਹੈਗੇ ਨੇ ਇਹ ਦਰਸ਼ਨ ਕਰਨ ਵਾਸਤੇ ਉੱਥੇ ਗਏ ਸੀਗੇ ਗੁਰਦੁਆਰੇ, ਤੇ ਉੱਥੇ ਇਹਨਾਂ ਦੇ ਭਰਾ ਜਿਹੜੇ ਸਦੀਕ, ਮੁਹੰਮਦ ਸਦੀਕ ਉਹਨਾਂ ਦਾ ਨਾਂ ਹੈ, ਸਦੀਕ ਖਾਨ ਵੀ ਕਹਿੰਦੇ ਨੇ, ਉਹਨਾਂ ਨੇ ਛੋਟਾ ਨਾਂ ਉਹਨਾਂ ਦਾ, ਉਹ ਆ ਕੇ ਮਿਲੇ, ਪਰਿਵਾਰ ਸਮੇਤ ਆਏ ਸੀਗੇ। ਇਹਨਾਂ ਨੂੰ ਜਿਹੜਾ ਮਿਲਾਉਣ ਦਾ ਸਿਲਸਿਲਾ ਸੀ ਉਹ ਇੱਕ ਨਾਸਰ ਢਿੱਲੋਂ ਹੈਗੇ ਨੇ, ਪਾਕਿਸਤਾਨੀ ਯੂਟਿਊਬਰ ਹੈਗੇ ਨੇ, ਉਹਨਾਂ ਨੇ ਕਰਵਾਇਆ। ਉਹਨਾਂ ਨੂੰ ਕਿਤੇ ਪਤਾ ਲੱਗਿਆ ਕਿ ਮੁਹੰਮਦ ਸਦੀਕ ਜਿਹੜੇ ਹੈਗੇ ਨੇ ਉਹ ਆਪਣੇ ਭਰਾ ਨੂੰ ਉਡੀਕ ਰਹੇ ਨੇ, ਤੇ ਉਹਨਾਂ ਨੇ ਇੱਕ ਵੀਡੀਓ ਪਾਈ। ਉਹ ਵੀਡੀਓ ਰਾਹੀਂ ਮਤਲਬ ਕਿਤੇ ਨਾ ਕਿਤੇ ਜਾ ਕੇ ਕੁਦਰਤਨ ਕਹਿ ਲਓ ਆਪਾਂ, ਜਾਂ ਰੱਬ ਸਬੱਬੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਮੇਲ ਹੋ ਗਿਆ। ਉਸ ਤੋਂ ਬਾਅਦ ਫਿਰ ਜਿਹੜੇ ਸਿੱਕਾ ਖਾਨ ਹੈ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਗਏ 10 ਜਨਵਰੀ ਨੂੰ। ਉੱਥੇ ਦੋਨਾਂ ਭਰਾਵਾਂ ਦਾ ਮੇਲ ਹੋਇਆ, ਤੇ ਜਿਹੜੇ ਮੁਹੰਮਦ ਸਦੀਕ ਦੇ ਪਰਿਵਾਰ ਸੀ ਸਾਰਾ, ਉਹ ਵੀ ਉੱਥੇ ਆਇਆ ਹੋਇਆ ਸੀ। ਜਿਹੜੇ ਉਹਦੇ ਪੁੱਤ ਪੋਤੇ ਸਨ ਮੁਹੰਮਦ ਸਦੀਕ ਦੇ, ਉਹ ਵੀ ਸਿੱਕਾ ਖਾਨ ਨੂੰ ਮਿਲੇ। ਤੇ ਉਸ ਸਮੇਂ ਫਿਰ ਮੁਹੰਮਦ ਸਦੀਕ ਨੇ ਕਿਹਾ ਕਿ ਜੇ ਤੂੰ ਹੁਣ, ਤੇਰੀ ਉਮਰ ਬਹੁਤ ਵੱਡੀ ਹੋ ਗਈ ਹੈ, ਤੂੰ ਮੇਰੇ ਕੋਲੇ ਆ ਕੇ ਰਹੇ ਤਾਂ ਮੈਨੂੰ ਅੱਛਾ ਲੱਗੇਗਾ। ਦੋਨੇ ਭਰਾ ਗਲ ਵੱਖਰੀ ਪਾ ਕੇ ਉੱਥੇ ਰੋਏ ਵੀ ਸੀਗੇ। ਤੋ ਫਿਰ ਇੱਥੇ ਆ ਕੇ ਸਿੱਕਾ ਖਾਨ ਨੇ ਜਦੋਂ ਵਾਪਸ ਆਏ ਪੰਜਾਬ, ਤਾਂ ਉਹਨਾਂ ਨੇ ਆ ਕੇ ਹਾਈ ਕਮਿਸ਼ਨ ਨੂੰ ਰਿਕੁਐਸਟ ਕੀਤੀ, ਬੇਨਤੀ ਕੀਤੀ, ਐਪਲੀਕੇਸ਼ਨ ਦਿੱਤੀ, ਫਾਰਮ ਭਰਿਆ ਕਿ ਮੈਨੂੰ ਪਾਕਿਸਤਾਨ ਦਾ ਵੀਜ਼ਾ ਦਿੱਤਾ ਜਾਵੇ, ਮੈਂ ਆਪਣੇ ਭਰਾ ਕੋਲ ਜਾ ਕੇ ਕੁਛ ਦੇਰ ਬਿਤਾਉਣੀ ਚਾਹੁੰਦਾ। ਜਿਹੜੇ ਸਿੱਕਾ ਖਾਨ ਨੇ, ਇਹਨਾਂ ਨੇ ਸ਼ਾਦੀ ਨਹੀਂ ਕਰਵਾਈ। ਤੇ ਪਾਰਟੀਸ਼ਨ ਵੇਲੇ ਜਿਹੜੇ ਇਹ ਸਿੱਕਾ ਖਾਨ ਜਿਹੜੀ ਉਹਨਾਂ ਦੀ ਮਾਤਾ ਜੀ ਸੀ ਉਹ ਇੱਧਰ ਰਹਿ ਗਏ ਸੀਗੇ। ਜਿਹੜੇ ਮੁਹੰਮਦ ਸਦੀਕ ਅਤੇ ਮੁਹੰਮਦ ਸਦੀਕ ਦੇ ਜਿਹੜੇ ਪਿਤਾ ਜੀ ਹੈ ਉਹ ਉੱਧਰ ਰਹਿ ਗਏ ਸੀਗੇ। ਅਸਲ ਵਿੱਚ ਸਿੱਕਾ ਖਾਨ ਜਦੋਂ ਪਾਰਟੀਸ਼ਨ ਹੋਈ, ਵੰਡ ਹੋਈ ਦੇਸ਼ ਦੀ, ਸਿੱਕਾ ਖਾਨ ਦੀ ਜਿਹੜੀ ਮਾਤਾ ਜੀ ਸੀਗੇ ਉਹ ਆਪਣੇ ਨਾਨਕੀ ਆਏ ਹੋਏ ਸੀ, ਮਤਲਬ ਆਪਣੇ ਪਿੰਡ ਆਏ, ਨਾਨਕੀ ਸੀਗੇ। ਤੇ ਜਿਹੜਾ ਪਿਤਾ ਜੀ ਸੀ ਤੇ ਦੂਸਰੇ ਪਰਿਵਾਰ ਦੇ ਜੀ ਸੀਗੇ ਉਹ ਉੱਧਰ ਆਪਣੇ ਪਿੰਡ ਸੀਗੇ। ਮਤਲਬ ਇਸ ਕਰਕੇ ਪਾਰਟੀਸ਼ਨ ਵੇਲੇ ਇਹਨਾਂ ਦੋਨਾਂ ਪਰਿਵਾਰਾਂ ਦੀ ਮਤਲਬ ਵਿਛੜ ਗਏ ਸੀਗੇ। ਤੇ ਇੰਨੇ 74 ਸਾਲਾਂ ਬਾਅਦ ਦੇਖੋ ਇਹ ਮੁਲਾਕਾਤ ਹੋਈ ਹੈ, ਕਿੱਡੀ ਵੱਡੀ ਮਤਲਬ ਵੀ ਸਟੋਰੀ ਆ ਆਪਣੇ ਆਪ ਵਿੱਚ। ਇਹ ਬਹੁਤ ਦਰਦ ਭਰੀ ਸਟੋਰੀ ਹੈ। ਸੋ ਹੁਣ ਦੋਨੇ ਪਰਿਵਾਰ ਜਾ ਕੇ, ਦੋਨੇ ਸਿੱਕਾ ਖਾਨ ਤੇ ਜਿਹੜੇ ਮੁਹੰਮਦ ਸਦੀਕ ਹੈ, ਉਹ ਦੋਨੇ ਪਰਿਵਾਰ ਦੁਬਾਰਾ ਫਿਰ ਇਕੱਠੇ ਹੋਣਗੇ। ਸਿੱਕਾ ਖਾਨ ਕੁਛ ਦੇਰ ਉੱਥੇ ਪਾਕਿਸਤਾਨ ਵਿੱਚ ਰਹਿਣਗੇ। ਨਾਲੇ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਉਹ ਆਈ ਹੈ ਕਿ ਜਦੋਂ ਸਿੱਕਾ ਖਾਨ ਨੂੰ ਵੀਜ਼ਾ ਦਿੱਤਾ ਤਾਂ ਪਾਕਿਸਤਾਨ ਦੇ ਜਿਹੜਾ ਹਾਈ ਕਮਿਸ਼ਨਰ ਨੇ ਉਹਨੇ ਵੀ ਟਵੀਟ ਕੀਤਾ, ਪਰ ਨਾਲ ਦੀ ਨਾਲ ਜਿਹੜਾ ਭਾਰਤ ਦਾ ਵਿਦੇਸ਼ ਮੰਤਰਾਲਾ ਹੈਗਾ ਉਹਨਾਂ ਦਾ ਵੀ ਜਿਹੜਾ
ਰੁਖ ਸੀਗਾ ਉਹ ਵੀ ਬੜਾ ਹਾਂ ਪੱਕੀ ਸੀ ਇਸ ਵੀਜ਼ੇ ਤੋਂ ਬਾਅਦ। ਉਹਨਾਂ ਨੇ ਵੀ ਇੱਕ ਵੱਡੀ ਗੱਲ ਕਹੀ, ਜਿਹੜਾ ਆਪਣੀ ਵਿਦੇਸ਼ ਮੰਤਰਾਲਾ ਹੈਗਾ ਉਹਦੇ ਜਿਹੜੇ ਸਪੋਕਸਮੈਨ ਉਹਨਾਂ ਨੇ ਗੱਲ ਵਧੀਆ ਕਹੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਨਾਲ ਇਸ ਮੁੱਦੇ ਤੇ ਹੋਰ ਵੀ ਗੱਲਬਾਤ ਕਰ ਸਕਦੇ ਹਾਂ। ਜਿੰਨੇ ਵੀ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਹੈਗੇ ਨੇ ਤੇ ਜਾਂ ਪਾਕਿਸਤਾਨ ਵਾਲੇ ਲੋਕ ਇੱਧਰ ਹੀ ਭਾਰਤ ਆਉਂਦੇ ਨੇ, ਖਾਸ ਕਰਕੇ ਅਜਮੇਰ ਸ਼ਰੀਫ ਬਹੁਤ ਜਾਂਦੇ ਨੇ, ਤਾਂ ਦੋਨਾਂ ਦੇਸ਼ਾਂ ਵਿੱਚ ਜਿਹੜਾ ਕਿ ਧਾਰਮਿਕ ਸਥਾਨਾਂ ਜਿਹੜਾ ਦਾ ਆਉਣਾ ਜਾਣਾ ਜਿਹੜਾ ਹੈਗਾ, ਦੋਨੇ ਦੇਸ਼ਾਂ ਦੇ ਲੋਕ ਆ ਜਾ ਸਕਣ, ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ ਤੇ ਉੱਥੇ ਆਪਣੇ ਜਿਹੜਾ ਅਕੀਦਾ ਪੇਸ਼ ਕਰ ਸਕਣ, ਉਹਦੇ ਬਾਰੇ ਵੀ ਗੱਲ ਕੀਤੀ ਹੈ। ਮੇਰਾ ਖਿਆਲ ਹੈ ਕਿ ਸਿੱਕਾ ਖਾਨ ਦੀ ਜਿਹੜੀ ਵਿਜ਼ਿਟ ਹੈ ਇਹ ਦੋਨਾਂ ਦੇਸ਼ਾਂ ਵਿੱਚ ਇੱਕ ਵਾਰ ਫਿਰ ਮੁੜ ਦੋਸਤੀ ਦੇ ਦਰਵਾਜ਼ੇ ਖੋਲ੍ਹਣ ਵਿੱਚ ਵੀ ਮੈਨੂੰ ਲੱਗਦਾ ਕਿ ਸਹਾਈ ਹੋਏਗੀ। ਇਹ ਇਸ ਗੱਲ ਤੋਂ ਸਪਸ਼ਟ ਲੱਗ ਰਿਹਾ ਮੈਨੂੰ, ਜੋ ਕੱਲ ਆਪਣੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਬਿਆਨ ਦਿੱਤਾ, ਉਸ ਤੋਂ ਬਾਅਦ ਕਾਫੀ ਆਸ ਇਸ ਗੱਲ ਦੀ ਵੱਜੀ ਹੈ ਕਿ ਆਉਣ ਵਾਲੇ ਦਿਨਾਂ 'ਚ ਦੋਨਾਂ ਦੇਸ਼ਾਂ ਵਿੱਚ ਜਿਹੜੇ ਸਬੰਧ ਹੈ ਥੋੜੇ ਕਿਸੇ ਨਾ ਕਿਸੇ ਪੱਧਰ ਤੇ ਹੋਰ ਸੁਕਾਵੇਂ ਹੋ ਸਕਦੇ ਨੇ। ਜੀ ਸਰਬਜੀਤ ਧਾਲੀਵਾਲ ਜੀ, ਬਹੁਤ ਬਹੁਤ ਧੰਨਵਾਦ ਅਹਿਮ ਜਾਣਕਾਰੀ ਸਾਂਝੀ ਕਰਨ ਲਈ। ਹੁਣ ਸੋਮਵਾਰ ਨੂੰ ਹੋਵੇਗੀ ਫਿਰ ਮੁਲਾਕਾਤ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।